ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਮਨਦੀਪ ਸਿੰਘ ਸੋਢੀ। ਪੂਰੀ ਦੁਨੀਆ ਦੇ ਵਿੱਚ ਕਰੋਨਾ ਨਾਮ ਦੀ ਮਹਾਮਾਰੀ ਫੈਲੀ ਹੋਈ ਹੈ। ਅਜਿਹੇ ਦੌਰ ਦੇ ਵਿੱਚ ਬਹੁਤ ਸਾਰੇ ਮਸਲੇ ਵੀ ਉਤਪੰਨ ਹੋ ਰਹੇ ਨੇ, ਚਾਹੇ ਉਹ ਮਰੀਜ਼ਾਂ ਦਾ ਮਸਲਾ ਹੋਵੇ, ਚਾਹੇ ਰਾਸ਼ਨ ਦਾ ਮਸਲਾ ਹੋਵੇ। ਦੇਸ਼ ਪੱਧਰ ਤੇ ਸਰਕਾਰਾਂ ਤੇ ਵੀ ਨਿਸ਼ਾਨੇ ਕੱਸੇ ਜਾ ਰਹੇ ਨੇ ਅਤੇ ਸੂਬਾ ਪੱਧਰ ਤੇ ਵੀ ਸਰਕਾਰਾਂ ਨੂੰ ਵੱਖ-ਵੱਖ ਮਸਲਿਆਂ ਤੇ ਘੇਰਿਆ ਜਾ ਰਿਹਾ। ਖੈਰ, ਇਹ ਹੋਣਾ ਵੀ ਸੁਭਾਵਿਕ ਹੈ। ਸਾਡੇ ਡੈਮੋਕ੍ਰੇਸੀ ਦੀ ਬੜੀ ਸ਼ਾਨਦਾਰ ਖੂਬਸੂਰਤੀ ਹੈ ਕਿ ਜਦੋਂ ਸੱਤਾ ਧਿਰ ਹੋਂਦ ਦੇ ਵਿੱਚ ਹੁੰਦੀ ਹੈ ਤਾਂ ਵਿਰੋਧੀ ਧਿਰਾਂ ਸੱਤਾ ਧਿਰ ਨੂੰ ਘੇਰਦੀਆਂ ਨੇ। ਔਰ ਡੈਮੋਕ੍ਰੇਸੀ ਦੀ ਇਹ ਵੀ ਸ਼ਾਨਦਾਰ ਖੂਬੀ ਹੈ ਕਿ ਜਿਹੜੀ ਆਪੋਜੀਸ਼ਨ ਹੈ ਉਸ ਦਾ ਜਿਹੜਾ ਸਥਾਨ ਹੈ ਉਹ ਇੱਕ ਬੜਾ ਇੰਪੋਰਟੈਂਸ ਰੱਖਦਾ ਹੈ। ਔਰ ਵਿਰੋਧੀ ਧਿਰ ਜੇਕਰ ਚੰਗੀ ਹੁੰਦੀ ਹੈ ਤਾਂ ਸੱਤਾ ਧਿਰ ਸ਼ਾਨਦਾਰ ਤਰੀਕੇ ਨਾਲ ਕੰਮ ਕਰਦੀ ਹੈ। ਸੱਤਾ ਧਿਰ ਨੂੰ ਸਵਾਲ ਤਾਂ ਤੁਸੀਂ ਅਕਸਰ ਹੁੰਦੇ ਵੇਖੇ ਹੋਣਗੇ, ਪਰ ਅੱਜ ਦੇ ਦੌਰ ਦੇ ਵਿੱਚ ਵਿਰੋਧੀ ਧਿਰ ਜਿਹੜੀ ਕਿ ਤੀਸਰੇ ਨੰਬਰ ਤੇ ਹੈ, ਅਕਾਲੀ ਦਲ, ਉਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੱਤਾ ਧਿਰ ਦੇ ਐਮਐਲਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਈ ਸਵਾਲ ਕੀਤੇ ਨੇ। ਇਹ ਸਵਾਲ ਸਿਰਫ ਮੌਖਿਕ ਤੌਰ ਤੇ ਨਹੀਂ ਕੀਤੇ ਗਏ, ਇਹ ਸਵਾਲ ਲਿਖਤੀ ਤੌਰ ਤੇ ਵੀ ਕੀਤੇ ਗਏ ਨੇ। ਰਾਜਾ ਵੜਿੰਗ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਜੋ ਕਿ ਹਰਸਿਮਰਤ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਲਿਖੀ ਗਈ ਹੈ। ਉਸ ਵਿੱਚ ਰਾਜਾ ਵੜਿੰਗ ਨੇ ਬਹੁਤ ਸਾਰੀਆਂ ਮੰਗਾਂ ਰੱਖੀਆਂ ਨੇ। ਆਖਿਰਕਾਰ ਕਿਹੜੀ ਵਜ੍ਹਾ ਰਹੀ ਹੈ ਕਿ ਰਾਜਾ ਵੜਿੰਗ ਸੱਤਾ ਧਿਰ ਦਾ ਐਮਐਲਏ ਹੋਵੇ ਅਤੇ ਉਸ ਦੀਆਂ ਮੰਗਾਂ ਵਿਰੋਧੀ ਧਿਰ ਤੋਂ ਹੋਣ? ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵਕਤ ਅਮਰਿੰਦਰ ਸਿੰਘ ਰਾਜਾ ਵੜਿੰਗ ਲਾਈਵ ਜੁੜ ਚੁੱਕੇ ਨੇ। ਵੜਿੰਗ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਜਗਬਾਣੀ। ਥੈਂਕ ਯੂ ਰਮਨ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਦੇਸ਼ ਦੁਨੀਆ ਦੀਆਂ ਖਬਰਾਂ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਹੋ, ਤੁਹਾਡਾ ਧੰਨਵਾਦ। ਵੜਿੰਗ ਸਾਹਿਬ, ਸਰਕਾਰ ਤੁਹਾਡੀ ਹੈ, ਕਾਂਗਰਸ ਦੇ ਸੀਨੀਅਰ ਲੀਡਰ ਹੋ, ਐਮਐਲਏ ਹੋ ਤੁਸੀਂ, ਔਰ ਤੁਸੀਂ ਮੰਗਾਂ ਵਿਰੋਧੀ ਧਿਰ ਤੋਂ ਰੱਖ ਰਹੇ ਹੋ। ਕਾਰਨ ਕੀ ਹੈ? ਸਰਕਾਰ 'ਚ ਸਭ ਕੁਝ ਠੀਕ ਠਾਕ ਨਹੀਂ ਹੈ? ਨਹੀਂ ਰਮਨ ਜੀ, ਮੈਂ ਸਰਕਾਰ ਆਪਦੀ ਜ਼ਿੰਮੇਵਾਰੀਆਂ ਨਿਭਾ ਰਹੀ ਹੈ। ਮੈਨੂੰ ਨਹੀਂ ਲੱਗਦਾ ਕਿ ਕਿਤੇ ਸਰਕਾਰ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਨਜ਼ਰ ਆ ਰਹੀ ਹੋਵੇ। ਲੇਕਿਨ ਜਿਨ੍ਹਾਂ ਨੇ ਪੰਜਾਬ ਦੀ 40 ਵਰ੍ਹੇ ਰਾਜਨੀਤੀ ਕੀਤੀ ਹੋਵੇ, 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹੋਣ, ਉਹਨਾਂ ਤੋਂ ਵੀ ਅੱਜ ਲੋਕਾਂ ਦੀਆਂ, ਔਰ ਮੁੱਖ ਵਿਰੋਧੀ ਪਾਰਟੀ ਹੋਵੇ, ਉਹਨਾਂ ਤੋਂ ਵੀ ਲੋਕਾਂ ਦੀਆਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਹਨ। ਔਰ ਕੁਝ ਐਸੀਆਂ ਗੱਲਾਂ, ਮੰਗਾਂ ਹਨ ਜਿਹੜੀਆਂ ਕਿ ਉਹਨਾਂ ਤੋਂ ਹੀ ਕੀਤੀਆਂ ਜਾ ਸਕਦੀਆਂ। ਉਹ ਅੱਜ ਇਸ ਕਰਕੇ ਮੈਂ ਚਿੱਠੀ ਦੇ ਰਾਹੀਂ ਉਹਨਾਂ ਨਾਲ ਗੱਲਬਾਤ ਔਰ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਆਹ ਮੰਗਾਂ ਤੁਹਾਡੇ ਤੋਂ ਹੀ ਪੂਰੀਆਂ ਹੋ ਸਕਦੀਆਂ, ਇਹ ਸਰਕਾਰ ਕਰ ਨਹੀਂ ਸਕਦੀ ਉਹਨਾਂ ਮੰਗਾਂ ਨੂੰ। ਸੋ ਉਹ ਉਹਨਾਂ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਚਿੱਠੀ 'ਚ ਜਿਹੜਾ ਲਿਖਤਮ ਹੈ ਉਹ ਰਾਜਾ ਵੜਿੰਗ ਹੈ, ਤੇ ਮੰਗਾਂ ਕੀ ਨੇ? ਮੰਗਾਂ ਮੇਰੀਆਂ ਛੋਟੀਆਂ 3 ਮੰਗਾਂ ਹੈ। ਉਹ ਵੀ ਮੇਰੀ ਇਕੱਲੇ ਦੀ ਮੰਗ ਨਹੀਂ ਹੈ, ਜੋ ਨਰਿੰਦਰ ਮੋਦੀ ਜੀ ਦੀ ਗਾਈਡਲਾਈਨ ਹੈ। ਨਰਿੰਦਰ ਮੋਦੀ ਜੀ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਆਪਦੇ ਜਿੰਨੇ ਵੀ ਉਹਨਾਂ ਦੇ ਕਾਮੇ ਨੇ ਜਾਂ ਮੁਲਾਜ਼ਮ ਨੇ, ਉਹਨਾਂ ਨੂੰ ਤਨਖਾਹਾਂ ਦੇਣੀਆਂ ਚਾਹੀਦੀਆਂ। ਸੋ ਪੰਜਾਬ ਦੇ ਵਿੱਚ ਪੂਰੀ ਦੁਨੀਆ ਜਾਣਦੀ ਹੈ ਕਿ ਜਿਹੜਾ ਬੱਸਾਂ ਦਾ ਕਾਰੋਬਾਰ ਹੈ, ਟਰਾਂਸਪੋਰਟੇਸ਼ਨ ਦਾ ਕਾਰੋਬਾਰ ਹੈ, 99% ਬੱਸਾਂ ਦਾ ਕਾਰੋਬਾਰ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਦੋਸਤਾਂ ਦਾ ਹੈ। ਜੁਝਾਰ ਕੰਪਨੀ, ਇਹੋ ਜਿਹੀਆਂ ਹੋਰ ਡੱਬ ਵਾਲੀ ਟਰਾਂਸਪੋਰਟ, ਤਾਈਪਾਨ ਟ੍ਰੇਡ, ਮਤਲਬ ਕਿ ਔਰਬਿਟ ਟਰਾਂਸਪੋਰਟ, ਸਾਰੀ ਇਹ ਦੁਨੀਆ ਜਾਂਦੀ ਹੈ। ਤੇ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ, ਔਰ ਸਰਕਾਰ, ਪੰਜਾਬ ਸਰਕਾਰ ਨੇ ਵੀ ਟੈਕਸ ਦੇ ਵਿੱਚ ਛੋਟ ਦੇਣ ਦਾ ਐਲਾਨ ਵੀ ਕੀਤਾ ਕਿ ਅਸੀਂ ਟਰਾਂਸਪੋਰਟਰਾਂ ਤੋਂ ਟੈਕਸ ਨਹੀਂ ਵਸੂਲਾਂਗੇ। ਤੋ ਮੈਨੂੰ ਕਾਫੀ ਇੱਧਰੋਂ ਉੱਧਰੋਂ ਬੱਸ ਡਰਾਈਵਰਸ ਦੇ, ਕਨੈਕਟਰਸ ਦੇ ਫੋਨ ਆਏ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਡੀ ਇਹ ਮੰਗ ਉਠਾਓ, ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਕਿ ਸਾਨੂੰ ਬਣਦੀ ਸਾਡੀ ਤਨਖਾਹ ਦੇਣੀ ਚਾਹੀਦੀ ਹੈ, ਕਿਉਂਕਿ ਅਸੀਂ ਤਾਂ ਕੇਵਲ ਡਰਾਈਵਰੀ ਤੇ ਨਿਰਭਰ ਹਾਂ। ਤੇ ਮੈਂ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਹੀ ਹੈ ਕਿ ਅਗਰ ਤੁਸੀਂ ਪਹਿਲ ਕਦਮੀ ਕਰੋਗੇ, ਤੁਸੀਂ ਇਹ ਸੁਨੇਹਾ ਦਿਓ ਵੀ ਮੈਂ ਆਪਦੇ ਜਿੰਨੇ ਵੀ ਮੁਲਾਜ਼ਮ ਹੈ ਉਹਨਾਂ ਨੂੰ, ਤੇ ਨਾਲ ਹੀ ਆਪਦੇ ਦੋਸਤਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਜਿੰਨੇ ਵੀ ਇਹ ਵਿਚਾਰੇ ਬੱਸ ਡਰਾਈਵਰਸ ਨੇ, ਕਨੈਕਟਰਸ ਨੇ, ਮੁਲਾਜ਼ਮ ਨੇ, ਉਹਨਾਂ ਨੂੰ ਤਨਖਾਹ ਦੇਈਏ। ਦੂਸਰੀ ਮੇਰੀ ਮੰਗ ਉਹਨਾਂ ਤੋਂ ਇਹ ਰਹੀ ਹੈ ਕਿ ਫਾਸਟ ਵੇ ਜਿਹੜਾ ਕਾਰੋਬਾਰ ਹੈ ਉਹ ਦੁਨੀਆ ਜਾਣਦੀ ਹੈ। ਅਗਰ ਮੈਂ ਝੂਠ ਕਹਿ ਰਿਹਾ ਤਾਂ ਸ਼ਾਇਦ ਤੁਸੀਂ ਮੈਨੂੰ ਕਹਿ ਸਕਦੇ ਹੋ, ਸਵਾਲ ਕਰ ਸਕਦੇ ਹੋ। ਉਹਦੇ ਵਿੱਚ ਸਭ ਤੋਂ ਵੱਡੇ ਸਟੇਕ ਹੋਲਡਰ ਜਿਹੜੇ ਹੈਗੇ ਆ, ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੈ। ਸੋ ਕੇਬਲ ਨੈਟਵਰਕਿੰਗ ਪੂਰੇ ਪੰਜਾਬ ਦੀ ਉਹਨਾਂ ਕੋਲੇ ਹੈ, ਨਾਲ ਹੀ ਜਿਹੜਾ ਇੰਟਰਨੈਟ ਦੀਆਂ ਸੇਵਾਵਾਂ ਹੈ ਉਹ ਵੀ ਫਾਸਟ ਵੇ ਕੋਲੇ ਹੈ। ਸੋ ਮੈਂ ਉਹਨਾਂ ਨੂੰ ਆਖਿਆ ਕਿ ਜਿੰਨਾ ਚਿਕਰ ਕਰੋਨਾ ਚੱਲਦਾ ਹੈ, ਇਹ ਸਰਕਾਰ ਨਹੀਂ ਕਰ ਸਕਦੀ, ਇਹ ਦੋਵੇਂ ਚੀਜ਼ਾਂ ਮਾਫ ਸਰਕਾਰ ਨਹੀਂ ਕਰ ਸਕਦੀ। ਜਿੰਨਾ ਚਿਕਰ ਕਰੋਨਾ ਚੱਲਦਾ ਹੈ, ਇੰਟਰਨੈਟ ਫੈਸਿਲਿਟੀਜ਼ ਤੇ ਪਲੱਸ ਕੇਬਲ ਦਾ ਬਿੱਲ ਨਹੀਂ ਲਿਆ ਜਾਊਗਾ ਸੁਖਬੀਰ ਬਾਦਲ। ਤੇ ਤੀਜੀ ਗੱਲ ਮੈਂ ਉਹਨਾਂ ਨੂੰ ਇਹ ਸਲਾਹ ਦਿੱਤੀ ਹੈ, ਵਾਰ-ਵਾਰ ਉਹਨਾਂ ਨੇ ਕਿਹਾ ਕਿ
ਸਰਾਵਾਂ ਖਾਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ। ਉੱਥੇ ਆ ਕੇ ਅੱਜ ਕਈ ਲੋਕਾਂ ਨੇ ਡਿਨਾਈ ਵੀ ਕਰਤਾ ਕਿ ਅਸੀਂ ਸਰਾਂ 'ਚ ਨਹੀਂ ਜਾਣਾ ਚਾਹੁੰਦੇ, ਹਾਲਾਂਕਿ ਉਹ ਜਿਹੜੀਆਂ ਸਰਾਵਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਹੀਂ ਹਨ। ਮੈਂ ਉਹ ਡਿਫਰ ਕਰਦਾ, ਉਹ ਹਰ ਪੰਜਾਬੀ ਦੀ ਇਹ ਸਰਾਂ ਹੈ, ਕਿਉਂਕਿ ਉੱਥੇ ਨਕਮਸਤਕ ਹੋਇਆ ਹਰ ਪੰਜਾਬੀ ਆਪਦੇ ਉਸ ਗੁਰੂ ਧਾਮ ਤੇ ਕੁਛ ਨਾ ਕੁਛ ਦੇ ਕੇ ਆਉਂਦਾ ਹੈ, ਤਾਂ ਜੋ ਗੁਰਦੁਆਰਾ ਸਾਹਿਬ ਵਾਸਤੇ, ਤਾਂ ਜੋ ਲੰਗਰ ਦੀ ਸੇਵਾ ਵਾਸਤੇ, ਤਾਂ ਜੋ ਸਰਾਵਾਂ ਵਾਸਤੇ। ਉਹ ਤਾਂ ਸਰਾਵਾਂ ਦੀਆਂ ਸਭ ਦੀਆਂ ਸਾਂਝੀਆਂ। ਮੈਂ ਕਿਹਾ ਚੰਗਾ ਹੋਏਗਾ ਜੇ ਬਾਹਰੋਂ ਲੋਕ ਲੈ ਕੇ ਆਉਣੇ ਆ, ਹਜੇ ਤਾਂ ਬਾਹਰਲੇ ਦੇਸ਼ਾਂ ਚੋਂ ਵੀ। ਐਂਡ ਆਈਸੋਲੇਸ਼ਨ ਸੈਂਟਰ ਸਾਨੂੰ ਹੋਰ ਚਾਹੀਦੇ ਆ। ਕਈ ਲੋਕਾਂ ਨੇ ਮਹਿੰਦਰਾ ਐਂਡ ਮਹਿੰਦਰਾ ਵਾਲਿਆਂ ਨੇ ਕਿਹਾ ਸੀ ਕਿ ਸਾਡਾ ਜਿਹੜਾ ਇਹ ਰਿਜ਼ੋਰਟ ਹੈ ਇਹ ਵਲੰਟਰਲੀ ਅਸੀਂ ਆਈਸੋਲੇਟਰ ਸੈਂਟਰ ਬਣਾਉਣੇ ਆ। ਬੰਬੇ 'ਚ ਕਈ ਲੋਕਾਂ ਨੇ ਆਫਰ ਕੀਤੇ ਹੈ। ਮੈਂ ਕਿਹਾ ਜਿਹੜਾ ਸੁਖ ਵਿਲਾ ਹੈ ਉਹ ਕਈ, ਮੈਨੂੰ ਲੱਗਦਾ ਉਹ ਕਈ ਸਰਾਵਾਂ ਨਾਲੋਂ ਵੱਡਾ ਹੈ। ਕਈ ਮਤਲਬ ਕਿ ਕੋਈ ਜੇ ਤੁਸੀਂ ਮੈਡੀਕਲ ਹਸਪੀਟਲ ਦੀ ਵੀ ਗੱਲ ਕਰ ਲਈਏ ਉਹਦੇ ਨਾਲੋਂ ਵੀ ਵੱਧ ਜ਼ਮੀਨ 'ਚ ਜ਼ਮੀਨ ਵਾਈਜ਼ ਵੱਡਾ ਹੈ, ਬਿਲਡਿੰਗ ਵਾਈਜ਼ ਵੱਡਾ ਹੈ, ਕਮਰੇ ਬਹੁਤ ਹੈ, ਸਹੂਲਤ ਬਹੁਤ ਹੈ, ਸਾਫ ਸੁਥਰਾ ਹੈ। ਐਂਡ ਉੱਥੇ ਆਈਸੋਲੇਟਡ ਸੈਂਟਰ ਵਾਸਤੇ ਇਹਨਾਂ ਨੂੰ, ਕਿਉਂਕਿ ਖਾਲੀ ਵੀ ਪਿਆ ਹੈ, ਮੈਂ ਇਹ ਵੀ ਨਹੀਂ ਕਹਿੰਦਾ ਕਿ ਆਪਦਾ ਕਾਰੋਬਾਰ ਬੰਦ ਕਰਕੇ ਕਹਿਣ ਉਹ ਬੰਦ ਪਿਆ, ਤੇ ਉਹ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਅਸੀਂ ਤਿਆਰ ਹੈ ਇਹਨੂੰ ਆਈਸੋਲੇਟਡ ਸੈਂਟਰ ਬਣਾਉਣ ਨੂੰ। ਆਹ ਤਿੰਨ ਮੇਰੀਆਂ ਜਿਹੜੀਆਂ ਸੁਖ ਵਿਲਾਸ ਦੇ ਨਾਲ ਤਾਂ ਵੜਿੰਗ ਸਾਹਿਬ, ਕੈਪਟਨ ਸਾਹਿਬ ਦਾ ਵੀ ਬੜਾ ਤਗੜਾ ਫਾਰਮ ਹਾਊਸ ਹੈ। ਤੁਸੀਂ ਮਹਿਸੂਸ ਕਰਦੇ ਹੋ ਕਿ ਫਿਰ ਉਹ ਵੀ ਖਾਲੀ ਹੋਣਾ ਚਾਹੀਦਾ? ਨਹੀਂ ਰਮਨ, ਮੈਂ ਘਰ ਦੀ ਗੱਲ ਨਹੀਂ ਕੀਤੀ। ਘਰ ਤਾਂ ਫਿਰ ਬਾਲਾ ਸਾਹਿਬ ਖਾਲੀ ਪਿਆ, ਫਿਰ ਬਾਦਲ ਪਿੰਡ ਉਦੋਂ ਵੀ ਵੱਡਾ ਪਿੰਡ ਹੈ। ਮੈਂ ਘਰ ਦੀ ਨਹੀਂ, ਵੇਖੋ ਉਹ ਰਾਜਨੀਤੀ ਹੋ ਜਾਏਗੀ ਅਗਰ ਮੈਂ ਐਸੀ ਗੱਲ ਕਰਾਂਗਾ ਕਿ ਜਿੱਥੇ ਬਾਦਲ ਸਾਹਿਬ ਰਹਿ ਰਹੇ ਹੈ ਜਾਂ ਸੁਖਬੀਰ ਜੀ ਰਹਿ ਰਹੇ ਆ ਉਹਨਾਂ ਦਾ ਫਾਰਮ ਹਾਊਸ ਘਰ ਖਾਲੀ ਕਰ ਦਿੱਤਾ ਜਾਵੇ, ਬਾਲਾ ਸਰ ਫਾਰਮ ਹਾਊਸ ਕੀਤਾ ਜਾਵੇ, ਬਠਿੰਡਾ ਇੱਕ ਵੱਡਾ ਦਫ਼ਤਰ ਹੈਗਾ ਉਹ ਖਾਲੀ ਕਰ ਦਿੱਤਾ ਜਾਵੇ, ਜਾਂ ਡੱਬ ਵਾਲੀ ਇੱਕ ਵੱਡਾ ਦਫ਼ਤਰ ਹੈਗਾ ਉਹ ਖਾਲੀ ਕਰਕੇ ਉੱਥੇ ਆਈਸੋਲੇਟ, ਉਹ ਮੈਂ ਗੱਲ, ਉਹ ਰਾਜਨੀਤੀ ਹੋ ਜਾਏਗੀ। ਇਹ ਹੋਟਲ ਹੈ ਬਹੁਤ ਦੂਰ ਥਾਂ ਤੇ ਕੱਲਾ ਹੈ, ਨਿਵੇਕਲਾ ਹੈ, ਖਾਲੀ ਪਿਆ ਹੈ, ਔਰ ਉਹਦੇ ਚ ਸਾਰੀਆਂ ਸੁੱਖ ਸੁਵਿਧਾਵਾਂ ਹੈਗੀਆਂ। ਸੋ ਇਸ ਕਰਕੇ ਮੈਂ ਸੁਖ ਵਿਲਾਸ ਦੀ ਗੱਲ ਕੀਤੀ ਹੈ। ਪਰ ਤੁਹਾਡੀ ਚਿੱਠੀ 'ਚ ਤੁਹਾਡੇ ਸਿਆਸੀ ਵਿਰੋਧੀ ਡਿੰਪੀ ਢਿੱਲੋਂ ਕਿਉਂ ਮੰਨਫੀ ਹੈਗੇ ਨੇ? ਟਰਾਂਸਪੋਰਟ ਤਾਂ ਉਹਨਾਂ ਦੀ ਵੀ ਬਹੁਤ ਵੱਡੀ ਹੈ। ਮੈਂ ਬ੍ਰਦਰ, ਮੈਂ ਕਿਸੇ ਨੂੰ ਟਿੱਪਣੀ ਨਹੀਂ, ਕਿਉਂਕਿ ਮੈਂ ਜਿਹੜੀ ਹੈਡ ਆਫ ਦੀ ਡਿਪਾਰਟਮੈਂਟ ਹੈ, ਮਤਲਬ ਕਿ ਕਹਿਣ ਦਾ ਮਤਲਬ ਕਿ ਜਿਹੜਾ ਸਿਰੇ ਵਾਲਾ ਬੰਦਾ ਹੈ, ਜਿਨ੍ਹਾਂ ਦੇ ਸੋ ਕਾਲਡ ਜਾਂ ਤਾਂ ਉਹਨਾਂ ਦੀਆਂ ਆਪਦੀਆਂ ਬੱਸਾਂ ਹੀ ਟਰਾਂਸਪੋਰਟ 'ਚ ਇੰਨੀਆਂ ਜਾਂ ਉਹਨਾਂ ਦੇ ਸੰਜੋਗੀ ਸੱਜਣ ਹੈ, ਜੁਝਾਰ ਵਾਲੇ ਵੀ ਹੈ, ਹੋਰ ਸੱਜਣ ਵੀ ਹੈ, ਉਹਨਾਂ ਦੀਆਂ ਮੇਰੇ ਖਿਆਲ ਸਾਰੀਆਂ ਕਿਤੇ ਨਾ ਕਿਤੇ ਟਰਾਂਸਪੋਰਟ 'ਚ ਕੁਝ ਨਾ ਕੁਝ ਸੁਖਬੀਰ ਜੀ ਦਾ ਆਪਦਾ ਇੰਟਰਸਟ ਹੈਗਾ। ਤੁਸੀਂ ਜਾਣਦੇ ਹੋ, ਸਾਰੇ ਪੰਜਾਬ ਦੇ ਲੋਕ ਜਾਣਦੇ ਆ। ਜੇ ਉਹ ਇਹ ਤੁਹਾਡੀ ਇਹ ਚਿੱਠੀ ਨਾ, ਤੁਹਾਡੀ ਇਹ ਚਿੱਠੀ ਕਿਤੇ ਨਾ ਕਿਤੇ ਕੰਟਰਾਡਿਕਸ਼ਨ ਪੈਦਾ ਕਰਦੀ ਹੈ। ਜਿਹੜੀਆਂ ਬੱਸਾਂ ਨੂੰ ਤੁਸੀਂ ਇਲੀਗਲ ਦੱਸਦੇ ਸੀ, ਹੁਣ ਉਹਨਾਂ ਬੱਸਾਂ ਦੇ ਮੁਲਾਜ਼ਮਾਂ ਦੀ ਸਹਾਇਤਾ ਤੁਸੀਂ ਮੰਗ ਰਹੇ ਹੋ। ਜਿਹੜੇ ਸੁਖ ਵਿਲਾਸ ਨੂੰ ਲੋਕਾਂ ਦੇ ਦੁੱਖਾਂ ਤੇ ਬਣਿਆ ਹੋਇਆ ਦੱਸਦੇ ਸੀ, ਤੁਸੀਂ ਉਸੇ ਸੁਖ ਵਿਲਾਸ ਨੂੰ ਹੁਣ ਆਈਸੋਲੇਸ਼ਨ ਸੈਂਟਰ ਬਣਾਉਣ ਦੀ ਗੱਲ ਕਰਦੇ ਹੋ। ਔਰ ਜਿਹੜੇ ਕੇਬਲ ਸਿਸਟਮ ਨੂੰ ਤੁਸੀਂ ਕੇਬਲ ਮਾਫੀਆ ਇੰਟਰੋਡਿਊਸ ਕਰਵਾਉਂਦੇ ਸੀ, ਅੱਜ ਉਸੇ ਕੇਬਲ ਤੇ ਤੁਸੀਂ ਉਹਨੂੰ ਲੀਗਲ ਮੰਨਦੇ ਹੋਏ ਤੁਸੀਂ ਕਹਿੰਦੇ ਹੋ ਕਿ ਇੰਟਰਨੈਟ ਬਿੱਲ ਨਹੀਂ ਲੈਣੇ ਚਾਹੀਦੇ। ਉਹ ਯਾਰ ਕੁਛ ਤਾਂ ਹੋਏ, ਮੈਂ ਕਿਦੋਂ ਕਹਿ ਰਿਹਾ ਕਿ ਬਿਲਕੁਲ ਸੁਖ ਵਿਲਾਸ ਦੀ ਜਿਹੜੀ ਤੁਸੀਂ ਗੱਲ ਕਹੀ ਹੈ ਇਦਾਂ ਹੀ ਮੰਨਦੇ ਸੀ, ਲੇਕਿਨ ਉਹ ਕਿਸੇ ਕੰਮ ਤੇ ਤਾਂ ਆਵੇ। ਕੋਈ ਨਾ ਕੋਈ ਲੋਕ ਇਹ ਕਹਿਣਗੇ ਵੀ ਚਲੋ ਬੇਸ਼ੱਕ ਕਿਵੇਂ ਵੀ ਬਣਿਆ, ਕਿੱਦਾਂ ਵੀ ਬਣਿਆ, ਲੇਕਿਨ ਉਹ ਅਖੀਰ ਲੋਕਾਂ ਦੇ ਚਲੋ ਕਿਤੇ ਨਾ ਕਿਤੇ ਹਿੱਸੇ ਕੋਈ ਬੰਦਾ ਹਿੱਸਾ ਪਾਇਆ। ਮੈਂ ਸੇਮ ਕੇਸ ਕੇਬਲ ਨੈਟਵਰਕਿੰਗ ਬਿਲਕੁਲ ਕਿਵੇਂ ਬਣਾਇਆ, ਕੇਬਲ ਨੈਟਵਰਕਿੰਗ ਕਿਵੇਂ ਧੰਦਾ ਇਹ ਚੱਲਿਆ, ਸਾਰੀ ਦੁਨੀਆ ਜਾਣਦੀ ਹੈ। ਔਰ ਮੈਂ ਗੱਲ ਦੱਸਣਾ ਚਾਹੁੰਦਾ, ਵਾਰ-ਵਾਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹੈ, 1 ਰੁਪਇਆ ਦਾਨ ਨਹੀਂ ਦਿੱਤਾ, ਇੱਕ ਸਰਾਂ ਨਹੀਂ ਬਣਾਈ। ਇਹ ਐ ਗੱਲ ਕਹਿੰਦੇ ਕਿ ਸਰਾਂ ਤਾਂ ਸਾਡੀ ਹੈ, ਉੱਥੇ ਆ ਕੇ ਰਹੋ। ਅਸੀਂ ਐਲਾਨ ਕਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਹਾਲਾਂਕਿ ਪੀਟੀਸੀ ਨੇ ਕਰੋੜਾਂ ਰੁਪਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੇਣਾ ਹੈ। ਅਗਰ ਉੱਥੇ ਜਗਬਾਣੀ ਚੈਨਲ ਲਾਈਵ ਕਰੇ, ਗੁਰਬਾਣੀ ਕਰੇ, ਤਾਂ ਦੁਨੀਆ ਜਗਬਾਣੀ ਚੈਨਲ ਨੂੰ ਵੇਖੇ। ਉਲਟਾ ਜਗਬਾਣੀ ਚੈਨਲ ਪੈਸੇ ਦੇਣ ਲਈ ਤਿਆਰ ਹੈ ਕਿ ਮੇਰੇ ਤੋਂ ਪੈਸੇ ਲਓ ਰੋਜ਼ਾਨਾ ਦੇ। ਪਰ ਤੁਸੀਂ ਕਬੱਡੀ ਟੂਰਨਾਮੈਂਟ ਕਰਵਾਉਣੇ ਹੋ ਵੜਿੰਗ ਸਾਹਿਬ, ਤੁਸੀਂ ਕਬੱਡੀ ਟੂਰਨਾਮੈਂਟ ਕਰਵਾਉਣੇ ਹੋ ਵੜਿੰਗ ਸਾਹਿਬ, ਜਿਸ ਚੈਨਲ ਨੂੰ ਤੁਸੀਂ ਕ੍ਰਿਟਿਸਾਈਜ਼ ਕਰਦੇ ਹੋ ਉਸੇ ਚੈਨਲ ਤੇ ਤੁਹਾਡੇ ਰਾਈਟ ਦਿੱਤੇ ਜਾਂਦੇ ਆ। ਹਾਂਜੀ, ਤੁਸੀਂ ਜਿਸ ਚੈਨਲ ਨੂੰ ਕ੍ਰਿਟਿਸਾਈਜ਼ ਕਰ ਰਹੇ ਹੋ ਉਸੇ ਚੈਨਲ ਤੇ ਤੁਹਾਡਾ ਸਰਕਾਰੀ ਕਬੱਡੀ ਕੱਪ ਲਾਈਵ ਟੈਲੀਕਾਸਟ ਹੁੰਦਾ। ਇਹ ਤੁਹਾਡੀ ਡਬਲ ਸਟੈਂਡਰਡ ਪੋਲਿਟਿਕਸ ਕਿਉਂ ਹੈ? ਤੁਹਾਡੀ ਨਹੀਂ, ਮੇਰੀ ਨਹੀਂ, ਤੁਹਾਡੀ ਕਿਸੇ ਦੀ ਹੋਰ ਹੋ ਸਕਦੀ ਹੈ। ਮੈਂ ਹਮੇਸ਼ਾ ਤੁਸੀਂ ਸਰਕਾਰ ਦਾ ਹਿੱਸਾ ਹੋ ਵੜਿੰਗ ਸਾਹਿਬ। ਇਹ ਕਹਿਣਾ ਹੈ ਨਹੀਂ ਰਮਨ, ਸਰਕਾਰ ਬਹੁਤ ਵੱਡੀ ਹੈ, ਸਰਕਾਰ ਬਹੁਤ ਵੱਡੀ ਹੈ।
ਮੈਂ ਹਮੇਸ਼ਾ ਅੱਜ ਤੱਕ ਪੀਟੀਸੀ ਨੂੰ ਕਦੇ ਬਾਈਟ ਨਹੀਂ ਦਿੱਤੀ, ਮੈਂ ਕਦੇ ਡੇਲੀ ਪੋਸਟ ਨੂੰ ਬਾਈਟ ਨਹੀਂ ਦਿੱਤੀ, ਔਰ ਮੈਂ ਆਪਦੇ ਲੋਕਾਂ ਨੂੰ ਇਹ ਗੱਲ ਕਹਿਣਾ ਕਿ ਮੈਂ ਡੇਲੀ ਜੀ ਪੋਸਟ ਨੂੰ ਕਦੇ ਆਪਦੀ ਬਾਈਟ ਨਹੀਂ ਦਿੱਤੀ, ਔਰ ਕਦੇ ਮੈਂ ਚਲੋ ਪੀਟੀਸੀ ਮੈਂ ਚੈਨਲ ਦੇ ਕੋਸ਼ਿਸ਼ ਉੱਤੇ ਕਰਦਾ ਨਾ ਡਿਸਕਸ਼ਨ ਵੜਿੰਗ ਤੇ ਸਾਹਿਬ ਗਿਆ, ਨਾ ਉਹਨਾਂ ਨੂੰ ਬਾਈਟ ਦਿੱਤੀ। ਸੁਖਬੀਰ ਸਿੰਘ ਬਾਦਲ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਹਰਸਿਮਰਤ ਬਾਦਲ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਹਾਡੀ ਚਿੱਠੀ ਤੇ ਰਿਐਕਸ਼ਨ ਕਿਉਂ ਨਾ ਲਿਆ ਜਾਵੇ, ਪਰ ਅਕਾਲੀ ਦਲ ਦੇ ਇੱਕ ਲੀਡਰ ਸਾਡੇ ਨਾਲ ਜੁੜੇ ਨੇ, ਤੁਹਾਡੇ ਹੀ ਹਲਕੇ ਤੋਂ ਸਿਆਸੀ ਵਿਰੋਧੀ ਨੇ, ਡਿੰਪੀ ਢਿੱਲੋਂ ਵੀ ਇਸ ਵਕਤ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਡਿੰਪੀ ਢਿੱਲੋਂ ਤੋਂ ਤੁਹਾਡੀ ਚਿੱਠੀ ਤੇ ਅਸੀਂ ਰਿਐਕਸ਼ਨ ਲੈਂਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਆ? ਢਿੱਲੋਂ ਸਾਹਿਬ, ਵੜਿੰਗ ਸਾਹਿਬ ਦੀ ਚਿੱਠੀ ਦੇ ਬਾਰੇ ਤੁਹਾਡਾ ਕੀ ਕਹਿਣਾ? ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸੋਢੀ ਸਾਹਿਬ ਜੀ। ਐਮਐਲਏ ਸਾਹਿਬ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿਕਾਰ ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਐਮਐਲਏ ਸਾਹਿਬ, ਤੁਹਾਡੀ ਲੈਟਰ ਮੈਂ ਪੜ੍ਹੀ ਸੀ, ਉਹਦੇ ਵਿੱਚ ਤੁਸੀਂ ਦੋ ਤਿੰਨ ਗੱਲਾਂ ਮੈਂ ਦੇਖਣ ਨੂੰ ਮਿਲੀਆਂ। ਇੱਕ ਤਾਂ ਤੁਹਾਨੂੰ ਬੱਸਾਂ ਦਾ ਬਹੁਤ ਜ਼ਿਆਦਾ ਚਿੰਤਾ ਰਹਿੰਦੀ ਹੈ ਜੀ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੜਿੰਗ ਸਾਹਿਬ ਵੀ ਤੁਸੀਂ 3 ਸਾਲ ਦੇ ਪੂਰੇ ਬੱਸਾਂ ਦੇ ਪਿੱਛੇ ਲੱਗੇ ਹੋ। ਮੈਂ ਪੜ੍ਹੀ ਵੀ ਹੈ ਲੈਟਰ ਸਾਰੀ, ਲੈਟਰ ਬੇਸ਼ੱਕ ਹਟਾ ਲਓ ਜੀ ਸੋਢੀ ਸਾਹਿਬ, ਲੈਟਰ ਬੇਸ਼ੱਕ ਹਟਾ ਲਓ ਜੀ, ਲੈਟਰ ਹਟਾ ਲਓ ਜੀ, ਤੁਸੀਂ ਤਸਵੀਰਾਂ ਆਉਂਦੇ ਸਰ। ਇਹ ਤੁਸੀਂ 3 ਸਾਲ ਦੇ ਬੱਸਾਂ ਦੇ ਪਿੱਛੇ ਪਏ ਹੋਏ ਹੋ ਜੀ, ਵੀ ਇਹ ਬੱਸਾਂ ਇਲੀਗਲ ਚੱਲਦੀਆਂ, ਇਹਨਾਂ ਨੂੰ ਬੰਦ ਕੀਤਾ ਜਾਵੇ, ਰੂਟ ਪਰਮਿਟ ਇਹਨਾਂ ਦੇ ਕੈਂਸਲ ਕੀਤੇ ਜਾਣ, ਇਹਨਾਂ ਨੂੰ ਮੈਂ ਰਹਿਣ ਨਹੀਂ ਦੇਣਾ। ਤੁਹਾਡੀ ਸਾਰੀ ਸਰਕਾਰ ਇਸ ਗੱਲ ਦੇ ਪਿੱਛੇ ਲੱਗੀ। ਉਦੋਂ ਤੁਹਾਨੂੰ ਇਹਨਾਂ ਮੁਲਾਜ਼ਮਾਂ ਦਾ ਆਪਣਾ ਫਿਕਰ ਨਹੀਂ ਆਉਂਦਾ ਵੀ ਇਹ ਕਿੱਥੇ ਜਾਣਗੇ, ਇਹਨਾਂ ਦਾ ਚੁੱਲ੍ਹਾ ਕਿਵੇਂ ਭਖੂਗਾ, ਇਹ ਸਾਰਾ ਸਿਸਟਮ ਇਹਨਾਂ ਦਾ ਬੰਦ ਹੋ ਜੂਗਾ, ਇਹਨਾਂ ਦੀ ਰੋਜ਼ੀ ਰੋਟੀ ਬੰਦ ਹੋ ਜੂ। ਤੁਸੀਂ ਲਗਾਤਾਰ ਇਸ ਗੱਲ ਦੀ ਕੋਸ਼ਿਸ਼ ਕਰ ਰਹੇ ਹੋ, ਲੇਕਿਨ ਤੁਹਾਡੇ ਤੋਂ ਬੰਦ ਨਹੀਂ ਹੋਈ, ਕਿਉਂਕਿ ਲੀਗਲੀ ਅਸੀਂ ਬਿਲਕੁਲ ਸਹੀ ਆ, ਤੇ ਸਹੀ ਹੋਣ ਦੇ ਨਾਤੇ ਹਾਈ ਕੋਰਟ ਤੋਂ ਸਾਨੂੰ ਰਿਲੀਜ਼ ਮਿਲਿਆ। ਅੱਜ ਸਾਨੂੰ ਵੀ ਇਸ ਗੱਲ ਦਾ ਪਤਾ ਕਿ ਤੁਸੀਂ ਬੱਸਾਂ ਦੇ ਪਿੱਛੇ ਹੱਥ ਧੋ ਕੇ ਪਏ ਹੋ, ਵੀ ਤੁਸੀਂ ਇਹਨਾਂ ਨੂੰ, ਤੁਹਾਡੀ ਜਿਹੜੀ ਮਨ ਦੀ ਇੱਛਾ ਸੀ ਤੁਹਾਤੋਂ ਤਾਂ ਪੂਰੀ ਨਹੀਂ ਹੋਈ, ਪਰ ਕਰੋਨਾ ਨੇ ਜ਼ਰੂਰ ਕਰਤੀ। ਹੁਣ ਤਾਂ ਤੁਹਾਡੇ ਕਾਲਜੇ ਦੇ ਵਿੱਚ ਠੱਡ ਪੈ ਗਈ ਹੋਣੀ ਆ, ਸਾਰਿਆਂ ਦੀਆਂ ਬੱਸਾਂ ਖੜ ਗਈਆਂ, ਚਲੋ ਰੱਬ ਬਣੀਓ ਖੜ ਗਈਆਂ, ਤੁਹਾਨੂੰ ਮੈਂ ਇਸ ਗੱਲ ਤੇ ਬਲੇਮ ਨਹੀਂ ਕਰਦਾ। ਔਰ ਮੈਂ ਤੁਹਾਨੂੰ ਇਹ ਵੀ ਅੱਜ ਦਾਅਵੇ ਨਾਲ ਕਹਿ ਦੇਣਾ ਵੀ ਸਭ ਤੋਂ ਬਾਅਦ ਤੁਸੀਂ ਬੱਸਾਂ ਚਲਾਓਗੇ, ਕਿਉਂਕਿ ਇਹਦੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਸ਼ੇਅਰ ਆ, ਔਰ ਉਹਦੇ ਨਾਲ ਬਾਕੀ ਵੀ ਜਿਹੜੇ ਟਰਾਂਸਪੋਰਟਰ ਆ ਉਹਨਾਂ ਨੂੰ ਵੀ ਤੁਸੀਂ ਰਗੜੋ। ਚਲੋ ਮੈਂ ਉਸ ਗੱਲ ਨੂੰ ਵੇਵ ਆਊਟ ਕਰਦਾ। ਬੱਸਾਂ ਤੁਹਾਡੇ ਸਰਦਾਰ ਕਰਤਾਰ ਸਿੰਘ, ਆਪਣਾ ਸਰਦਾਰ ਅਵਤਾਰ ਸਿੰਘ ਹੈਨਰੀ ਦੀਆਂ ਵੀ ਹੈਗੀਆਂ, ਸਮਰਾ ਸਾਹਿਬ ਦੀਆਂ ਵੀ ਹੈਗੀਆਂ, ਹੋਰ ਬੜੇ ਐਮਐਲਏ ਜਿਨ੍ਹਾਂ ਦੀਆਂ ਬੱਸਾਂ ਹੈਗੀਆਂ, ਉੱਥੇ ਤੁਸੀਂ ਪਿੰਡ ਪੁਆਇੰਟ ਨਹੀਂ ਕਰਦੇ, ਉਹਨਾਂ ਨੇ ਵੀ ਬਣਾਈਆਂ। ਅਗਲੀ ਮੇਰੀ ਗੱਲ ਮੈਂ ਤੁਹਾਡੇ ਨਾਲ ਕਰਾਂ, ਜਿਹੜੇ ਸਾਡੇ ਮੁਲਾਜ਼ਮ ਆ ਨਾ, ਸਾਡਾ ਮੁਲਾਜ਼ਮ ਕਦੇ ਤੁਹਾਨੂੰ ਟੈਲੀਫੋਨ ਨਹੀਂ ਕਰੂਗਾ, ਤੁਸੀਂ ਇਹਨਾਂ ਦੀ ਬਿਲਕੁਲ ਚਿੰਤਾ ਨਾ ਕਰੋ। ਤੁਸੀਂ ਜਿਹੜੇ 150 ਆਪਦੇ ਸਬਵੇ ਬਣਾਏ ਵੇ ਆ ਨਾ ਜੀ, ਉਤੋਂ ਗੁਜਰਾਤ ਚੋਂ 19-21 ਕਰਕੇ ਉਹਨਾਂ ਮੁਲਾਜ਼ਮਾਂ ਦੀ ਚਿੰਤਾ ਕਰੋ ਵੜਿੰਗ ਸਾਹਿਬ, ਕਿਉਂਕਿ ਉਹ ਵੀ ਵਿਚਾਰੇ ਬੜੇ ਮੈਨੂੰ ਟੈਲੀਫੋਨ ਕਰੀ ਜਾਂਦੇ ਵੀ ਸਾਡੀ ਵੜਿੰਗ ਸਾਹਿਬ ਨੇ ਸਾਰ ਹੀ ਨਹੀਂ ਲਈ। ਜਿਹੜਾ ਵੀ ਬੰਦਾ ਤੁਹਾਡੇ ਦਰ ਤੇ ਜਾਂਦਾ, ਅੱਜ ਕੋਈ ਮਾੜਾ ਮੋਟਾ ਗਰੀਬ ਕਿਸੇ ਨੂੰ ਰਾਸ਼ਨ ਨਹੀਂ ਮਿਲਦਾ, ਤੇ ਤੁਹਾਡੇ ਦਰ ਤੇ ਜਾ ਕੇ ਜੇ ਕੋਈ ਫਰਿਆਦ ਕਰਦਾ ਨਾ ਜਨਾਬ, ਤੁਸੀਂ ਕੰਧ ਦੇ ਉੱਪਰ ਦੀ ਜਵਾਬ ਦਿੰਦੇ, ਗੇਟ ਤੱਕ ਨਹੀਂ ਆਪਦਾ ਖੋਲਦੇ। ਔਰ ਜੇ ਕੋਈ ਪਾਣੀ ਦੀ ਬੋਟਲ ਤੁਹਾਤੋਂ ਕੋਈ ਪਾਣੀ ਦਾ ਗਲਾਸ ਮੰਗ ਲੇ ਵੜਿੰਗ ਸਾਹਿਬ, ਤੇ ਪਾਣੀ ਦਾ ਗਲਾਸ ਜਾਂ ਬੋਟਲ ਤੁਸੀਂ ਉੱਪਰ ਦੀ ਫੜਾ ਦਿੰਦੇ ਹੋ ਆਪਦੀ ਕੰਧ ਦੇ, ਤੇ ਵਾਪਸ ਨਹੀਂ ਲੈਂਦੇ ਕਿ ਕਿਤੇ ਇਹਦੇ ਵਿੱਚ ਸਾਨੂੰ ਕਰੋਨਾ ਨਾ। ਇਹ ਤੁਹਾਡੇ ਹਾਲਾਤ ਆ ਜਨਾਬ। ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ, ਜਿਹੜੀਆਂ ਤੁਸੀਂ ਬੜੀਆਂ ਵੱਡੀਆਂ ਇੰਟਰਨੈਟ ਦੀਆਂ ਗੱਲਾਂ ਕਰਦੇ ਹੋ, ਉਹ ਇੰਟਰਨੈਟ ਦਾ ਮਾਫੀਆ, ਉਹ ਤਾਂ ਅਕਾਲੀ ਦਲ ਦਾ ਸਾਰਾ ਮਾਫੀਆ, ਉਹ ਤਾਂ 2 ਨੰਬਰ ਦਾ, ਉਹ ਤਾਂ ਸੁਣਨਾ ਹੀ ਨਹੀਂ ਚਾਹੀਦਾ ਕਿਸੇ ਨੂੰ, ਉਹ ਤਾਂ ਕਿਸੇ ਨੂੰ ਦੇਖਣਾ ਹੀ ਨਹੀਂ ਚਾਹੀਦਾ। ਅੱਜ ਤੁਸੀਂ ਕਹਿੰਦੇ ਹੋ ਸਾਰਾ ਫ੍ਰੀ ਕਰ ਦਿਓ। ਤੋਂ ਵੜਿੰਗ ਸਾਹਿਬ, ਕਿਸੇ ਗੱਲ ਤੇ ਸਟੈਂਡ ਤਾਂ ਲਿਆ ਕਰੋ ਵੀ ਕੀ ਤੁਸੀਂ ਪਹਿਲਾਂ ਕਿਹਾ, ਕੀ ਤੁਸੀਂ ਅੱਜ ਕਹੀ ਜਾਂਦੇ ਹੋ। ਇਹ ਜਿਹੜੀ ਗੱਲ ਕਹਿ ਦਿੰਦੇ ਹੋ ਨਾ, ਉਸ ਤੇ ਸਟੈਂਡ ਰਿਹਾ ਕਰੋ ਕਿ ਹਾਂ ਆਹ ਗੱਲ ਮੈਂ ਕਹੀ ਆ। ਤੇ ਨਾਲੇ ਅੱਜ ਦੀ ਜਿਹੜੀ ਜ਼ਰੂਰਤ ਆ ਨਾ ਵੜਿੰਗ ਸਾਹਿਬ, ਇਹ ਨੈਟ ਦੀ ਜ਼ਰੂਰਤ ਨਹੀਂ ਗੀ, ਲੋਕਾਂ ਨੂੰ ਪੇਟ ਦੀ ਜ਼ਰੂਰਤ ਆ। ਉਹ ਰੋਜ਼ ਉਹਨਾਂ ਨੂੰ ਦੁੱਧ ਮੁਹੱਈਆ ਕਰਾ ਕੇ ਦਿਓ, ਉਹਨਾਂ ਨੂੰ ਰੋਟੀ ਮੁਹੱਈਆ ਕਰਾ ਕੇ ਦਿਓ। ਤੁਹਾਡੇ ਆਪਦੇ ਹਲਕੇ ਦੇ ਵਿੱਚ ਲੋਕ ਰੋਂਦੇ ਫਿਰਦੇ ਆ, ਜੇ ਤੁਸੀਂ ਚਾਹੋ ਤਾਂ ਆਪਦੇ ਸਬਵਿਆਂ ਦਾ ਇਕੱਲੇ ਲੰਗਰ ਚਲਾ ਸਕਦੇ ਹੋ, ਜਿਵੇਂ ਆਪਾਂ ਸੁਖਬੀਰ ਸਿੰਘ ਬਾਦਲ ਨੂੰ ਕਹਿ ਦਿੰਦੇ ਆ ਕਿ ਹੋਟਲ ਖੋਲ ਦੇ। ਤੀਜੀ ਗੱਲ ਮੈਂ ਤੁਹਾਡੀ ਹੋਟਲ ਤੇ ਹੀ ਲੈ ਕੇ ਆਉਣਾ, ਜਿਹੜੇ ਤੁਸੀਂ ਵਾਰ-ਵਾਰ ਅਟੈਕ ਹੋਟਲ ਤੇ ਕਰ ਰਹੇ ਹੋ ਨਾ, ਉਹਦੇ 'ਚ ਤੁਹਾਡਾ ਕਾਂਗਰਸ ਪਾਰਟੀ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨਹੀਂ ਪਾਇਆ ਗਿਆ। ਉਹ ਉਹਨਾਂ ਦੀ ਪਰਸਨਲ ਪ੍ਰਾਪਰਟੀ ਆ, ਜੋ ਸੰਗਤ ਦੀ ਚੀਜ਼ ਬਣਾਈ ਗਈ ਆ,
ਉਹ ਅੱਜ ਸਾਰੀ ਪਰ ਢਿੱਲੋਂ ਸਾਹਿਬ ਮੈਂ ਰੋਕਣਾ ਚਾਹੂੰਗਾ, ਢਿੱਲੋਂ ਸਾਹਿਬ, ਜੇ ਰਾਜਾ ਵੜਿੰਗ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਵੀ ਤੁਸੀਂ ਬੱਸਾਂ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਦਿਓ, ਹੋਟਲ ਨੂੰ ਆਈਸੋਲੇਸ਼ਨ ਸੈਂਟਰ ਬਣਾ ਦਿਓ, ਤਾਂ ਇਹਦੇ 'ਚ ਬੁਰਾ ਵੀ ਕੀ ਹੈ? ਇਹ ਤਾਂ ਲੋਕਾਂ ਦੇ ਭਲੇ ਦੀ ਗੱਲ ਆ। ਬਾਦਲ ਪਰਿਵਾਰ ਤਾਂ ਬੜਾ ਸ਼ਾਹੀ ਪਰਿਵਾਰ ਆ, ਫਰਕ ਵੀ ਕੀ ਪੈਣ ਲੱਗਿਆ? ਮੈਂ ਜੀ ਮਾਫ ਕਰਨਾ, ਮੈਂ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਪੁੱਛੇ ਬਿਨਾਂ ਇਹ ਐਲਾਨ ਕਰਦਾ, ਉਹਨਾਂ ਤੋਂ ਪੁੱਛੇ ਬਿਨਾਂ ਇਹ ਐਲਾਨ ਕਰਦਾ ਕਿ ਸਾਰੀਆਂ ਬੱਸਾਂ ਜੋ ਵੜਿੰਗ ਸਾਹਿਬ ਕਹਿਣਗੇ ਅਸੀਂ ਕਰਨ ਨੂੰ ਤਿਆਰ ਹਾਂ। ਹੋਟਲ ਉਹਨਾਂ ਦਾ ਅਸੀਂ ਆਈਸੋਲੇਸ਼ਨ ਸੈਂਟਰ ਬਣਾ ਦਿੰਦੇ ਆ। ਇਹਨਾਂ ਨੂੰ ਕਹੋ ਇਹ ਸਲਾਹਕਾਰ ਆ ਸਾਹਿਬ ਦੇ ਰਹਿ ਕਰ ਲੈਣ, ਉਹਨਾਂ ਨਾਲ ਆਪਦੇ ਹੱਥ ਖੜੇ ਕਰ ਦੇਣ ਵੀ ਸਾਡੀ ਸਰਕਾਰ ਦੇ ਹੱਥ ਖੜੇ ਆ, ਰੈਜ਼ਿਗਨੇਸ਼ਨ ਦੇਣ, ਆਪਦੀ ਸਰਕਾਰ ਨੂੰ ਵਿਡਰਾਅ ਕਰਨ, ਅਸੀਂ ਸਵੇਰੇ ਸਾਰਾ ਕੁਝ ਖੋਲ ਦਿੰਦੇ ਆ। ਵੜਿੰਗ ਸਾਹਿਬ ਕੀ ਰਿਐਕਸ਼ਨ ਤੁਹਾਡਾ? ਤੇ ਘੋਟੇ ਖਾਨ ਨੂੰ ਰਿਚ ਖਾਣ ਪੀਣ ਨੂੰ ਕਾਂਗਰਸ ਸਰਕਾਰ ਤੇ ਸਾਰਾ ਕੁਝ ਉਹ ਕਰੇ ਅਕਾਲੀ ਦਲ। ਢਿੱਲੋਂ ਸਾਹਿਬ, ਵੜਿੰਗ ਸਾਹਿਬ ਦਾ ਪੱਖ ਜਾਣ ਲਈਏ, ਤੁਹਾਡਾ ਪੱਖ ਆ ਗਿਆ। ਇੱਕ ਕਿੱਥੋਂ ਦਾ ਇਨਸਾਫ ਆ ਥੋੜੀ ਸਾਹਿਬ? ਸਰਕਾਰ ਦਾ ਮੈਂ ਤੁਹਾਡਾ ਪੱਖ ਆ ਗਿਆ ਢਿੱਲੋਂ ਸਾਹਿਬ, ਤੁਹਾਡਾ ਪੱਖ ਬਖੂਬੀ ਸੁਣਿਆ ਐਮਐਲਏ ਨੇ। ਹੁਣ ਮੈਨੂੰ ਰਿਐਕਸ਼ਨ ਲੈਣ ਦਿਓ ਵੜਿੰਗ ਸਾਹਿਬ ਦਾ। ਹਾਂਜੀ ਵੜਿੰਗ ਸਾਹਿਬ। ਹਾਂਜੀ ਲਓ। ਰਮਨ, ਪਹਿਲਾਂ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਣਾ ਸੀ ਕਿ ਤੁਸੀਂ ਕਿਸੇ ਨਾਲ ਮੇਰੀ ਇਦਾਂ ਵਾਰਤਾਲਾਪ ਕਰਾਉਣੀ ਹੈ। ਚਲੋ ਕੋਈ ਗੱਲ ਨਹੀਂ ਜੀ, ਤੁਸੀਂ ਨਹੀਂ ਦੱਸਿਆ, ਇਹ ਤੁਹਾਨੂੰ ਦੱਸਿਆ ਮੈਨੂੰ ਵੀ ਕਿ ਮੈਂ ਕਿਸੇ ਵੀ ਨਹੀਂ ਦੱਸਿਆ। ਪੈਨਲ ਦੇ ਵੱਲੋਂ ਪੈਨਲ ਨੂੰ ਇਹ ਗੁਜ਼ਾਰਿਸ਼ ਕੀਤੀ ਸੀ ਕਿ ਕਿਸੇ ਅਕਾਲੀ ਲੀਡਰ ਨੂੰ ਲੈ ਲਿਆ ਜਾਵੇ, ਤਾਂ ਪੈਨਲ ਨੇ ਤੁਰੰਤ ਜਿਹੜਾ ਉਹ ਡਿੰਪੀ ਢਿੱਲੋਂ ਨੂੰ ਨਾਲ ਲਾਈਨ ਤੇ ਲੈ ਲਿਆ। ਇਸ ਵਿੱਚ ਕੋਈ ਚੁਸਤੀ ਜਾਂ ਚਲਾਕੀ ਨਹੀਂ ਹੈ ਵੜਿੰਗ ਸਾਹਿਬ। ਨਹੀਂ ਪਰ ਉਹ ਦੇਖੋ ਮੈਂ ਤਾਂ ਨਾਈਟ ਸੂਟ 'ਚ ਹੀ ਬੈਠਾ ਆ। ਇੱਕ ਮੈਂ ਬਹਿਸ ਨਹੀਂ ਕਰਨੀ, ਔਰ ਮੈਂ ਤੁਰੰਤ ਹੁਣ ਦੇਖੋ ਫਿਰ ਕੋਈ ਕੀ ਮੈਂ ਤੁਹਾਨੂੰ ਦਿਖਾ ਰਿਹਾ। ਇੱਕ ਸੈਂਟਰ ਸਰਕਾਰ ਵੱਲੋਂ ਆਇਆ ਹੋਇਆ ਜੀ, ਪੂਰਾ ਰਾਸ਼ਨ ਆਇਆ ਹੋਇਆ ਸੈਂਟਰਲ ਗਵਰਨਮੈਂਟ ਵੱਲੋਂ। ਵੜਿੰਗ ਸਾਹਿਬ, ਤੁਸੀਂ ਬੜੇ ਸੀਨੀਅਰ ਐਮਐਲਏ ਹੋ, ਇਹ ਕਿੱਥੇ ਗਾਇਬ ਹੋ ਗਿਆ ਜੀ? ਮਾੜਾ ਜਿਹਾ ਇਹਦਾ ਵੀ ਸਪਸ਼ਟੀਕਰਨ ਦੇ ਦਿਓ। ਬੜੀ ਕੋਸ਼ਿਸ਼। ਚਲੋ ਸਾਹਿਬ, ਹੁਣ ਇੱਕ ਪੱਖ ਕਰਕੇ ਮੇਰਾ ਖਿਆਲ ਆਪਾਂ ਰਿਐਕਸ਼ਨ ਲੈ ਲਈਏ ਵੜਿੰਗ ਸਾਹਿਬ ਦੇ। ਤੁਹਾਡੇ ਸਵਾਲ ਕਾਫੀ ਆ ਗਏ ਹੈ। ਹਾਂਜੀ ਅੱਛਾ, ਪਹਿਲਾਂ ਰਮਨ ਜੀ, ਇਹ ਕਿਹਾ ਗਿਆ ਕਿ ਟਰਾਂਸਪੋਰਟ ਜਾਲੀ ਹੈ ਜਾਂ ਕੀ ਹੈ, ਕਿਉਂਕਿ ਕਿੱਦਾਂ ਦੀ ਗੱਲ ਹੈ ਇਹ? ਮੈਨੂੰ ਲੱਗਦਾ ਕਿ ਕੋਵਿਡ ਤੋਂ ਬਾਅਦ ਅਸੀਂ ਇਹ ਗੱਲ ਕਰ ਲਾਂਗੇ ਕਿ ਟਰਾਂਸਪੋਰਟ 'ਚ ਕੀ ਕਮੀਆਂ ਸੀ, ਜਾਂ ਜਸਟਿਸ ਸੂਰਿਆਕਾਂਤ ਕੀ ਕਹਿ ਕੇ ਗਿਆ ਸੀ ਔਰ ਉਹਨਾਂ ਦੇ ਸਮੇਂ ਉਹ ਕੀ ਕਰਕੇ ਗਿਆ ਸੀ, ਉਹਦੇ ਤੇ ਟਿੱਪਣੀ। ਕਿਉਂਕਿ ਅੱਜ ਮੁੱਦਾ ਕੋਈ ਹੋਰ ਹੈ ਕਿ ਟਰਾਂਸਪੋਰਟ ਜਾਲੀ ਸੀ ਜਾਂ ਨਹੀਂ ਸੀ। ਅੱਜ ਮੈਂ ਇਹ ਗੱਲ ਕਹੀ ਹੈ ਕਿ ਮੁਲਾਜ਼ਮਾਂ ਨੂੰ ਤਨਖਾਹ ਦੇਣੀ ਚਾਹੀਦੀ ਹੈ, ਨਰਿੰਦਰ ਮੋਦੀ ਨੇ ਕਿਹਾ, ਤੇ ਮੈਂ ਵੀ ਉਹੀ ਗੱਲ ਕਰ ਰਿਹਾ। ਜੇ ਦੇ ਰਹੇ ਆ ਤਾਂ ਮੇਰਾ ਖਿਆਲ ਇੰਨਾ ਗੁੱਸਾ ਕਰਨ ਦੀ ਤੇ ਔਖਾ ਹੋਣ ਦੀ ਲੋੜ ਨਹੀਂ ਹੈ। ਜਿੱਥੋਂ ਤੱਕ ਇਹ ਗੱਲ ਕਹੀ ਗਈ ਕਿ ਸਬਵੇ ਹੈ 150 ਹੈ 200 ਹੈ, ਕਦੇ ਜ਼ਿੰਦਗੀ 'ਚ ਵੀ ਕੋਈ ਸਬਵੇ ਦਾ ਬੰਦਾ ਜਾਂ ਕੋਈ ਵੀ ਮੇਰੇ ਕੰਮ ਕਰਨ ਵਾਲਾ ਬੰਦਾ ਜਿਹੜਾ ਕੋਈ ਤਨਖਾਹ ਤੇ ਕੰਮ ਕਰ ਰਿਹਾ ਹੋਊਗਾ ਜਾਂ ਹੁਣ ਕਰ ਰਿਹਾ ਹੋਊਗਾ, ਚਾਹੇ ਉਹ ਡਰਾਈਵਰ, ਚਾਹੇ ਉਹ ਸਬਵੇ, ਚਾਹੇ ਕੋਈ ਹੋਰ ਧੰਦੇ ਵਾਸਤੇ, ਅਗਰ ਉਹਨੂੰ COVID-19 ਦੇ ਵਿੱਚ ਉਹ 1 ਸਾਲ ਵੀ ਕੋਵਿਡ ਰਹੇਗਾ ਤਾਂ ਉਹਨੂੰ 1 ਸਾਲ ਤੱਕ ਦੀ ਵੀ ਤਨਖਾਹ ਮਿਲਦੀ ਰਹੇਗੀ। ਅਗਰ ਕੋਈ ਬੰਦਾ ਆ ਕੇ ਕਹਿ ਦੇ ਕਿ ਨਹੀਂ ਮਿਲੀ ਤਾਂ ਮੈਂ ਆਪਦੇ ਰਾਜਨੀਤਿਕ ਅਹੁਦੇ ਤੋਂ ਪਦ ਤੋਂ ਅਸਤੀਫਾ ਦਿਆਂਗਾ। ਥਰਡ ਗੱਲ, ਸਰਕਾਰ ਹੱਥ ਖੜੇ ਕਰ ਦੇ। ਸਰਕਾਰ ਨੇ ਹੱਥ ਖੜੇ ਕਰਨਾ ਨਹੀਂ, ਮੇਰਾ ਸਿਰਫ ਇਹ ਲੈਟਰ ਲਿਖਣ ਦਾ ਮਤਲਬ ਕੀ ਹੈ ਕਿ ਮੈਂ ਆਪਦੀ ਜੇ ਤਨਖਾਹ ਡੋਨੇਟ ਕਰਦਾ ਜਾਂ ਜਿੱਥੋਂ ਇਹਨਾਂ ਨੇ ਕਿਹਾ ਕਿ ਸੱਚ, ਤੀਜੀ ਗੱਲ ਕਿ ਪਾਣੀ ਦਾ ਗਲਾਸ ਵੀ ਉੱਤੋਂ ਫੜਾ ਦਿੰਦੇ ਹੈ, ਤੇ ਮੇਰਾ ਖਿਆਲ ਮੈਨੂੰ ਇਹਦਾ ਸਬੂਤ ਦੇਣ ਦੀ ਲੋੜ ਨਹੀਂ। ਮੇਰੀਆਂ ਲਾਈਵ ਵੀਡੀਓ ਉਹਨਾਂ ਪਿੰਡਾਂ ਦੀਆਂ, ਮੇਰੀਆਂ ਲਾਈਵ ਉਹਨਾਂ ਆਈਸੋਲੇਸ਼ਨ ਸੈਂਟਰਾਂ ਦੀਆਂ, ਕੁਆਰੰਟਾਈਨ ਸੈਂਟਰਾਂ ਦੀਆਂ ਇਹ ਦੱਸਦੀਆਂ ਹਨ, ਜਾਂ ਮੇਰਾ ਪੇਜ ਇਹ ਦੱਸਦਾ ਹੈ, ਜਾਂ ਗਿੱਦੜਬਾਹ ਦੇ ਲੋਕ ਇਹ ਗਵਾਹ ਹੈ, ਉਹ ਮੰਡੀਆਂ ਦੱਸਦੀਆਂ ਹੈ। ਬਾਦਲ ਪਿੰਡ ਦੀ ਮੰਡੀ 'ਚ ਮੈਂ ਰਾਜਾ ਵੜਿੰਗ ਜਾ ਕੇ ਆਇਆ ਕਿ ਰਾਜਾ ਵੜਿੰਗ ਉੱਤੋਂ ਦੀ ਪਾਣੀ ਫੜਾਉਣ ਵਾਲਾ ਇੰਨਾ ਡਰਦਾ ਹੈ ਕਿ ਮੰਡੀਆਂ 'ਚ ਰਹਿੰਦਾ ਹੈ। ਅਨਦਰ ਪੁਆਇੰਟ, ਚੌਥਾ ਜਿਹੜਾ ਪੁਆਇੰਟ ਹੈ, ਸੁਖ ਵਿਲਾਸ ਨੂੰ ਆਈਸੋਲੇਟਡ ਬਣਾਉਣ ਦਾ ਜਿਹੜਾ ਹੈਗਾ, ਮੈਂ ਦਾਅਵਾ ਕਰਤਾ, ਮੇਰੇ ਨਿਓ ਤੁਸੀਂ ਲਿਖ ਲਓ, ਹੀ ਸ਼ੁਡ ਰਾਈਟ ਡਾਊਨ ਅ ਲੈਟਰ। ਉਹ 5 ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਹੈ। ਹੀ ਇਜ਼ ਨਾਟ ਅ ਨਾਰਮਲ ਮੈਨ। ਜਿਨ੍ਹਾਂ ਨੇ 40 ਸਾਲ ਪੰਜਾਬ ਦੀ ਰਾਜਨੀਤੀ ਕੀਤੀ ਹੈ, ਉਹਨਾਂ ਨੂੰ ਕੁਝ ਨਾ ਕੁਝ ਆਫਰ ਕਰਨਾ ਚਾਹੀਦਾ ਹੈ। ਇੱਕ ਮਸ਼ੀਨ ਦੇ ਕੇ ਉਹਨਾਂ ਨੇ 20 ਲੱਖ ਦੀ ਉਹ WhatsApp ਤੇ ਪਾਇਆ, ਪੇਜ ਤੇ ਪਾਇਆ ਕਿ ਮੈਂ ਸੁਖਬੀਰ ਸਿੰਘ ਬਾਦਲ ਨੇ ਇੱਕ ਮਸ਼ੀਨ ਦਿੱਤੀ ਹੈ ਜਿਹੜੀ ਕਿ MP ਲੈਡ ਫੰਡ ਚੋਂ ਸੀ, ਪਰਸਨਲ ਚੋਂ ਨਹੀਂ। ਉਹਨਾਂ ਨੇ ਇੱਕ ਸੈਨੀਟਾਈਜ਼ਰ ਵੰਡ ਕੇ, ਸੈਨੀਟਾਈਜ਼ਰ ਕੌਣ ਵੰਡ ਰਿਹਾ? ਇੱਕ ਆਮ ਬੰਦਾ ਜਿਹੜਾ ਕਰਿਆਨੇ ਦੀ ਦੁਕਾਨ ਕਰਦਾ ਹੈ, ਉਹ ਵੀ ਸੈਨੀਟਾਈਜ਼ਰ ਵੰਡ ਰਿਹਾ ਹੈ।
ਮਾਸਕ ਕੌਣ ਵੰਡ ਰਿਹਾ? ਹਰਸਿਮਰਤ ਕੌਰ ਬਾਦਲ, ਜਿਹੜੀ ਕੇਂਦਰੀ ਮੰਤਰੀ ਹੈ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਨੂੰਹ ਹੈ, ਜਿਨ੍ਹਾਂ ਦੀ ਬਰਾਤ ਡੋਲੀ ਜਹਾਜ਼ ਤੇ ਆਈ ਸੀ। ਉਹ ਮਾਸਕ ਆਪਦੇ 4000 ਰੁਪਏ ਦਾ ਮਾਸਕ ਲਾਇਆ ਤੇ ਲੋਕਾਂ ਨੂੰ ਹੱਥ ਨਾਲ ਬਣੇ ਮਾਸਕ ਉਹ ਵੀ ਆਪਦੀ ਟਰਾਂਸਪੋਰਟ ਕੰਪਨੀ ਚ ਵੰਡ ਰਹੇ ਹੈ। ਮੈਂ ਬਾਦਲ ਪਿੰਡ ਮੰਡੀ ਦੇ ਵਿੱਚ ਜਾ ਕੇ ਆਏ ਹਾਂ। ਮੇਰੇ ਕਹਿਣ ਦਾ ਮਤਲਬ ਕਿ ਇਹਨਾਂ ਲੋਕਾਂ ਨੂੰ ਚਾਹੀਦਾ ਸੀ ਕੁਝ ਨਾ ਕੁਝ, ਨਾ ਪੰਜਾਬ ਸਰਕਾਰ ਨੂੰ ਆਫਰ ਕਰਨ, ਬਿਲਕੁਲ ਨਾ ਕਰਨ ਪੰਜਾਬ ਸਰਕਾਰ ਨੂੰ ਲੇਕਿਨ ਕੇਂਦਰ ਸਰਕਾਰ ਦੇ ਮੰਤਰੀ ਹੋਣ ਦੇ ਨਾਤੇ ਔਰ ਇੱਕ ਪੰਜਾਬ ਦਾ ਵੱਡਾ ਘਰਾਣਾ ਹੋਣ ਦੇ ਨਾਤੇ, ਅਮੀਰ ਘਰਾਣਾ ਹੋਣ ਦੇ ਨਾਤੇ, ਕੀ ਕੋਈ ਪੈਸਾ ਉਹਨਾਂ ਨੇ ਪ੍ਰਧਾਨ ਮੰਤਰੀ ਕੋਸ਼ ਚ ਪਾਇਆ, ਪ੍ਰਧਾਨ ਮੰਤਰੀ ਰਿਲੀਫ ਚ ਪਾਇਆ? ਕੋਈ 10,000, ਕੋਈ 50,000, ਕੋਈ 5 ਕਰੋੜ, ਕੋਈ 50 ਕਰੋੜ, ਜਿੱਥੇ ਹਰ ਬੰਦੇ ਨੇ ਮਹਿੰਦਰਾ ਜਿਹੜਾ ਐਡਾ ਵੱਡਾ ਬਿਜ਼ਨਸਮੈਨ ਹੈ, ਮਹਿੰਦਰਾ ਵਾਲੇ, ਉਹਨਾਂ ਨੇ ਆਪਦੇ ਹੋਟਲ ਆਫਰ ਕੀਤੇ ਹੈ। ਹੋਰ ਕੰਪਨੀਆਂ ਨੇ, ਬੰਬੇ ਕਈ ਲੋਕਾਂ ਨੇ ਹੋਟਲ ਆਫਰ ਕੀਤੇ ਹੈ। ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਖੂਨ ਪਸੀਨੇ ਨਾਲ ਹੋਟਲ ਬਣਾਏ ਹੈ, ਉਹਨਾਂ ਨੂੰ ਆਫਰ ਜ਼ਰੂਰ ਕਰਨੇ ਚਾਹੀਦੇ ਸੀ ਕਿਸੇ ਦੇ ਕਹਿਣ ਨਾਲ। ਔਰ ਅੱਜ ਮੈਂ ਕਹਿਣਾ ਚਾਹੁੰਦਾ ਕਿ ਬਿਲਕੁਲ ਇਹਨਾਂ ਨੂੰ ਚਾਹੀਦਾ ਆਫਰ। ਇਹਨਾਂ ਨੇ ਕਿਹਾ ਕਿ ਕੀ ਕਰਨਾ ਹੈ, ਸਾਡੇ ਲੋਕਾਂ ਨੇ ਜਿਹੜੇ ਮਾਈਗ੍ਰੈਂਟਸ ਲੇਬਰ ਹੈ, ਗਿੱਦੜਬਾਹ ਦੇ ਵਿੱਚ 400-500 ਬੰਦਾ ਮਾਈਗ੍ਰੈਂਟ ਲੇਬਰ ਰਜਿਸਟਰਡ ਹੋਇਆ ਹੈ। ਮੈਂ ਬੇਨਤੀ ਕਰੂੰਗਾ, ਕੋਈ ਬੰਗਾਲ ਦਾ ਹੈ, ਕੋਈ ਉੱਤਰ ਪ੍ਰਦੇਸ਼ ਦਾ ਹੈ, ਕੋਈ ਬਿਹਾਰ ਦੇ ਹੈ, ਬਸ ਕੋਈ ਰਾਜਸਥਾਨ ਦੇ, ਕਿਰਪਾ ਕਰਕੇ। ਅੱਜ ਵੀ ਮੇਰੀ ਐਸਡੀਐਮ ਸਾਹਿਬ ਤੇ ਡੀਸੀ ਨਾਲ ਗੱਲ ਹੁੰਦੀ ਸੀ, ਚਲੋ ਇਹਨਾਂ ਨੇ ਆਫਰ ਕਰਤਾ। ਮੈਂ ਐਸਡੀਐਮ ਸਾਹਿਬ ਨੂੰ ਕਹੂੰਗਾ ਇਹਨਾਂ ਨਾਲ ਗੱਲ ਕਰ ਲੈਣ ਕਿ ਆਪਦੀਆਂ ਬੱਸਾਂ ਭੇਜ ਕੇ ਉਹ ਮਾਈਗ੍ਰੈਂਟ ਲੇਬਰ ਜਿਹੜੀ ਗਿੱਦੜਬਾਹ ਦੀ ਹੈ, ਤੁਸੀਂ ਸਿਓਰਿਟੀ ਲੈ ਲਓ, ਫੋਰਗੇਟ ਅਬਾਊਟ ਸਾਰੇ ਪੰਜਾਬ, ਇਹਨਾਂ ਕੋਲੇ ਬੱਸਾਂ ਕਾਫੀ ਹੈ, ਇਹ ਸਿਓਰਿਟੀ ਲੈ ਲਓ, ਅਸੀਂ ਸਾਰੀਆਂ ਉਹ ਇਹਨਾਂ ਦੀਆਂ ਬੱਸਾਂ ਤੇ, ਔਰ ਅਸੀਂ ਇਹਨਾਂ ਨੂੰ ਸ਼ਾਬਾਸ਼ ਦੇਵਾਂਗੇ। ਉਹ ਮਾਈਗ੍ਰੈਂਟ ਲੇਬਰ ਜਿਹੜੀ ਸਾਡੇ ਕੋਲ ਰਜਿਸਟਰ ਹੋ ਰਹੀ ਹੈ ਹਰ ਜ਼ਿਲ੍ਹੇ ਦੇ ਵਿੱਚ, ਮੁਕਤਸਰ ਜ਼ਿਲ੍ਹੇ ਦੀ ਇਹ ਜ਼ਿੰਮੇਵਾਰੀ ਓਟ ਲੈਣ। ਫਿਰ ਮੈਂ ਕਹਾਂਗਾ ਕਿ ਵਾਕਈ ਬਹੁਤ ਵੱਡਾ ਮਾਰਕਾ ਮਾਰਿਆ, ਜਿਹਨੂੰ ਇਹਨਾਂ ਨੇ ਕਹਿ ਦਿੱਤਾ ਕਿ ਬਾਦਲ ਸਾਹਿਬ ਤੁਹਾਡੀ ਗੱਲ ਇਹ ਜ਼ਿੰਮੇਵਾਰੀ ਚੱਕਦੇ ਹੋ। ਰਾਜਾ ਵੜਿੰਗ ਦੇ ਕਹਿਣ ਦਾ ਭਾਵ ਹੈ ਕਿ ਬਾਦਲ ਫੈਮਿਲੀ ਚੀਚੀ ਨਾਲ ਲਹੂ ਲਾ ਕੇ ਸ਼ਹੀਦ ਕਹਾਉਣ ਦੀ ਸੋਚ ਰਹੀ ਹੈ। ਨਹੀਂ, ਤੁਸੀਂ ਮੈਨੂੰ ਦੱਸ ਦਿਓ, ਰਮਨਦੀਪ ਜਗਬਾਣੀ ਦੇ ਸਬਸਕ੍ਰਾਈਬਰ ਤੋਂ ਪੁੱਛ ਲਓ, ਹਰਸਿਮਰਤ ਬਾਦਲ ਜੀ ਨੇ ਬੱਸਾਂ ਦੇ ਕੇ ਤੇ ਸੈਨੀਟਾਈਜ਼ਰ ਦੇ ਕੇ ਆਪਦੇ ਆਪ ਨੂੰ ਇਹ ਸਮਝਦੇ ਕਿ ਅਸੀਂ ਬਹੁਤ ਵੱਡਾ ਕੰਮ ਕਰਤਾ। ਔਰ ਬਾਦਲ ਸਾਹਿਬ ਐਫਰਟਸ ਕਰਕੇ ਹਜੂਰ ਸਾਹਿਬ ਦੀ ਸੰਗਤ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚਾਈ ਸੀ। ਉਹਨਾਂ ਦੇ ਸਿਰ ਤੇ ਜਿਹੋ ਜੀ ਤੁਸੀਂ ਪੱਗ ਬੰਨ੍ਹਦੀ ਉਹੋ ਜੀ ਮੇਰੇ ਤੇ ਬੰਨ੍ਹਦੇ ਹੋਗੇ। ਇਹਨਾਂ ਨੇ ਸਾਰੇ ਪੰਜਾਬ ਚੋਂ ਪੋਜ਼ਿਟਿਵ ਕੇਸਿਸ ਕੱਢ ਕੇ ਬਾਹਰ ਭੇਜਤੇ। ਪਹਿਲਾਂ ਉਹਨਾਂ ਦੀ ਸ਼ਾਬਾਸ਼ ਇਹਦਾ ਚੱਕ ਲਈ ਅਸੀਂ ਸੱਤਦਾਰੀ, ਉਹੀ ਨਹੀਂ ਸਮੀ ਡਿੱਗੀ ਖੋਤੇ ਤੋਂ ਗੁੱਸਾ ਘਮਿਆਰ ਤੇ। ਗੁਰੂ ਜੀ, ਇੰਤਜ਼ਾਮ ਤੁਹਾਡੀ ਸਰਕਾਰ ਤੋਂ ਨਹੀਂ ਹੋਇਆ। ਇੱਕ ਹਫ਼ਤੇ ਦੇ ਵਿੱਚ ਤੁਹਾਡੀਆਂ ਇੱਥੋਂ ਬੱਸਾਂ ਚੱਲ ਕੇ ਗਈਆਂ, ਹਫ਼ਤੇ 'ਚ ਵਾਪਸ ਆਈਆਂ ਮੁੜ ਕੇ। 1700 ਬੰਦਾ ਸੀ, 1700 ਬੰਦੇ ਦਾ 50 ਬੰਦੇ ਇੱਕ ਡਿਸਟ੍ਰਿਕਟ ਨੂੰ ਆਉਂਦੇ ਸੀ, ਸਿਰਫ ਆਪਣਾ 50। ਤੇ ਤੁਸੀਂ ਇਹ ਦੇਖੋ ਸਰਕਾਰ ਦੀ ਕਿੱਡੀ ਆਪਣਾ ਗੈਰ ਜ਼ਿੰਮੇਦਾਰ ਨਾਲ ਇਹਨਾਂ ਨੇ ਆਪਣੀ ਡਿਊਟੀ ਨਿਭਾਈ ਆ। 50 ਬੰਦਿਆਂ ਦਾ। ਯਾਰ ਤੁਸੀਂ ਇਹ ਪੁੱਛੋ ਰਮਨ ਜੀ, ਇਹ ਬੱਸਾਂ ਢਿੱਲੋਂ ਸਾਹਿਬ ਤੁਸੀਂ ਪਹਿਲਾਂ ਰਾਜਾ ਵੜਿੰਗ ਦੇ ਢਿੱਲੋਂ ਸਾਹਿਬ ਪਹਿਲਾਂ ਰਾਜਾ ਵੜਿੰਗ ਦੇ ਸਵਾਲ ਦਾ ਤੁਸੀਂ ਜਵਾਬ ਦਿਓ। ਤੁਸੀਂ ਸਭ ਤੋਂ ਪਹਿਲਾਂ ਆਫਰ ਕੀਤੀ ਸੀ, ਤੁਸੀਂ ਆਫਰ ਕੀਤੀ ਸੀ ਕਿ ਅਸੀਂ ਬੱਸਾਂ ਭੇਜਾਂਗੇ, ਰਾਜਾ ਵੜਿੰਗ ਕਹਿ ਦੇਣ। ਹੁਣ ਰਾਜਾ ਵੜਿੰਗ ਨੇ ਕਹਿ ਦਿੱਤਾ ਹੈ ਕਿ ਕੀ ਤੁਸੀਂ ਬੱਸਾਂ ਭੇਜੋਗੇ ਜਿਹੜੀ ਲੇਬਰ ਨੂੰ ਬਾਹਰ ਛੱਡਣ ਦੇ ਲਈ? ਮੈਂ ਕਿਹਾ ਜੀ ਹੱਥ ਖੜੇ ਕਰ ਦਿਓ, ਅਸੀਂ ਭੇਜ ਦਾਂਗੇ। ਹੱਥ ਖੜੇ ਕਰੋ। ਤੁਸੀਂ ਹੱਥ ਖੜੇ ਕਰਦੇ ਹੋ? ਹੱਥ ਖੜਾ ਬਈ, ਹੱਥ ਖੜਾ। ਕੈਪਟਨ ਸਾਹਿਬ ਨਾਲ ਰਹਿ 500 ਬੰਦਾ ਮਾਈਗ੍ਰੈਂਟ ਲੇਬਰ ਨੂੰ ਛੱਡ ਕੇ ਆਏਗਾ। ਪੰਜਾਬ ਦੀ ਸਾਡੀ ਜ਼ਿੰਮੇਵਾਰੀ ਆ। ਨਾਲੇ ਤੁਸੀਂ ਸਲਾਹਕਾਰ ਹੈ ਜਿਹੜਾ ਜਿੰਨੀ ਮਾਈਗ੍ਰੈਂਟ ਜਿੰਨੀ ਮਾਈਗ੍ਰੈਂਟ ਲੇਬਰ ਹੈ, ਜਿੰਨੀ ਮਾਈਗ੍ਰੈਂਟ ਲੇਬਰ ਹੈ ਮੁਕਤਸਰ ਜ਼ਿਲ੍ਹੇ ਦੀ। ਕਮ ਸੇ ਕਮ ਢਿੱਲੋਂ ਸਾਹਿਬ ਹੁਣ ਤੁਸੀਂ ਗਿੱਦੜਬਾਹ ਹਲਕੇ ਦੀ ਜ਼ਿੰਮੇਵਾਰੀ ਤਾਂ ਚੱਕੋ ਨਾ। ਰਾਜਾ ਵੜਿੰਗ ਨੇ ਗਿੱਦੜਬਾਹ ਦਾ ਨੁਮਾਇੰਦਾ ਐਮਐਲਏ ਹੈ, ਰਾਜਾ ਵੜਿੰਗ ਨੇ ਹੱਥ ਖੜੇ ਕਰਤੇ ਆ ਵੀ ਮੈਂ ਹੱਥ ਖੜੇ ਕਰਦਾ। ਹੁਣ ਤੁਸੀਂ ਜ਼ਿੰਮੇਵਾਰੀ ਚੱਕਦੇ ਹੋ ਜਿਹੜੀ ਲੇਬਰ ਰਾਜਾ ਵੜਿੰਗ ਕਹਿੰਦੇ ਨੇ ਸ਼ਿਫਟ ਹੋਣੀ ਚਾਹੀਦੀ ਹੈ। ਜ਼ਿਲ੍ਹੇ ਦੀ ਆਊਟਲਾਈਨ ਜ਼ਿਲ੍ਹਾ ਇਹਨਾਂ ਦਾ ਬਾਦਲ ਸਾਹਿਬ ਦਾ, ਅਸੀਂ ਸਾਰੀ ਜ਼ਿਲ੍ਹੇ। ਸੁਣੋ ਰਮਨ, ਮੈਂ ਤੇ ਡੀਸੀ ਮੁਕਤਸਰ ਅਸੀਂ ਇਹਨਾਂ ਨੂੰ ਲਿਖਤੀ, ਇਹਨਾਂ ਨੂੰ ਤੇ ਬਾਦਲ ਸਾਹਿਬ ਨੂੰ ਛੱਡੋ ਯਾਰ, ਆਪਣੀ ਜਿੰਨੀ ਮੁਕਤਸਰ ਜ਼ਿਲ੍ਹੇ ਦੀ ਮਾਈਗ੍ਰੈਂਟ ਲੇਬਰ ਹੈ ਇਹ ਕਿਰਪਾ ਕਰਕੇ ਛੱਡਿਓ ਜੀ। ਤੇ ਧੰਨਵਾਦ ਕਰਨ ਜਾਵਾਂਗੇ ਅਸੀਂ ਡਿਪਟੀ ਕਮਿਸ਼ਨਰ ਸਰਕਾਰ ਨੂੰ। ਮੈਂ ਧੰਨਵਾਦ ਲਿਖਵਾਉਂਗਾ ਕੈਪਟਨ ਅਮਰਿੰਦਰ ਸਿੰਘ ਤੋਂ ਚਿੱਠੀ। ਤੁਸੀਂ ਮੈਨੂੰ ਐਂ ਦੱਸੋ, 8 ਸਾਲ ਹੋ ਗਏ ਤੁਹਾਨੂੰ ਐਮਐਲਏ ਬਣਿਆ ਨੂੰ, 8.5 ਸਾਲ। ਯਾਰ ਮੈਂ ਜਿਹੜੀ ਗੱਲ ਪੁੱਛਦਾ 5-7 ਸਾਲ ਦੀ,
ਔਰ ਤੇਰਾ ਜਿਹਦੇ ਕੋਲ ਹਿਸਾਬ ਸਾਢੇ ਲੋਕ 3 ਸਾਲ ਦੇ ਤੇਰਾ ਹਿਸਾਬ 2022 ਚ ਕਰਾਂਗੇ। ਇੱਕ ਲਾਲ ਪੈਸਾ ਤੁਸੀਂ ਦਾਨ 2022 ਚ ਹਿਸਾਬ ਕਰਾਂਗੇ। ਤੁਸੀਂ ਮੈਨੂੰ ਹਿਸਾਬ ਨਹੀਂ ਮੰਗ ਸਕਦੇ, ਵੜਿੰਗ ਜਨਤਾ ਸਾਹਿਬ, ਮੰਗ ਸਕਦੀ ਹੈ। ਵੜਿੰਗ ਸਾਹਿਬ ਹੁਣ ਮੰਗ ਲਓ, ਤੁਸੀਂ ਹੁਣ ਹੋਰ ਕੁਝ ਮੰਗ ਲਓ ਮੰਗਣਾ ਦਾ ਵਿਰੋਧੀ ਧਿਰ ਤੋਂ। ਮੈਨੂੰ ਇਹ ਦੱਸੋ, ਵੜਿੰਗ ਸਾਹਿਬ ਤੁਸੀਂ ਚਿੱਠੀਆਂ ਲਿਖਦੇ ਫਿਰਦੇ ਹੋ, ਤੁਸੀਂ ਮੰਗ ਲਓ ਹੁਣ ਕੁਝ ਮੰਗਣਾ ਤਾਂ ਹੁਣ ਤਾਂ ਢਿੱਲੋਂ ਸਾਹਿਬ ਨੇ ਗੱਫੇ ਖੋਲੇ ਹੋਇਆ। ਮੈਂ ਤਾਂ ਮੰਗ ਲਿਆ, ਮੈਂ ਬੱਸਾਂ ਮੰਗ ਲਿਆ, ਇੱਕ ਆਈਸੋਲੇਟਡ ਮੈਨੂੰ ਚਿੱਠੀ ਦੁਬਾਰੇ ਲਿਖਵਾ ਦੇਣਾ ਕਿ ਇੱਕ ਮਿੰਟ ਹੁਣ ਇਹਨਾਂ ਨੇ ਗੱਲ ਕਹੀ ਆ ਵੀ ਜੋ ਮੈਂ ਕਹਿ ਦਿਆਂ ਬਾਦਲ ਸਾਹਿਬ ਮੰਨਣਗੇ। ਮੈਂ ਸੁਖਵੀਲਾ ਵਾਸਤੇ ਚਿੱਠੀ ਸਰਕਾਰ ਤੋਂ ਲਿਖਵਾ ਦੇਣਾ, ਡੀਸੀ ਮੋਹਾਲੀ ਤੋਂ ਲਿਖਵਾ ਦਿਆਂ। ਤੁਹਾਨੂੰ ਨਹੀਂ ਮੰਨਦੇ ਫਿਰ ਡੀਸੀ ਮੋਹਾਲੀ ਢਿੱਲੋਂ ਸਾਹਿਬ ਤੁਸੀਂ ਦੇਖੋ, ਤੁਸੀਂ ਆਫਰ ਕੀਤਾ ਸੀ ਕਿ ਰਾਜਾ ਵੜਿੰਗ ਹੱਥ ਖੜੇ ਕਰੇ, ਇੱਕ ਨੁਮਾਇੰਦੇ ਦੇ ਵੱਲੋਂ ਹੱਥ ਖੜੇ ਕਰਨੇ ਬਹੁਤ ਵੱਡੀ ਗੱਲ ਹੈ। ਉਹ ਕਹਿੰਦੇ ਵੀ ਮੇਰੇ ਹੱਥ ਖੜੇ ਆ, ਤੁਸੀਂ ਬੱਸਾਂ ਭੇਜੋ। ਪਹਿਲਾਂ ਇਸ ਗੱਲ ਤੇ ਆਓ, ਹੱਥ ਖੜੇ ਕਰਕੇ ਜਾਂ ਨਹੀਂ ਕਰਨੇ, ਕਿਉਂਕਿ ਇਹਨਾਂ ਨੇ ਕੁਝ ਦੇਣਾ ਨਹੀਂ। ਮੈਂ ਕਹਿੰਦਾ ਹੱਥ ਖੜੇ ਕਰਕੇ ਵੀ ਲੈ ਲਓ ਜੇ ਮਿਲਦਾ ਤਾਂ। ਹਾਂਜੀ, ਇਹਨਾਂ ਨੇ ਉਹ ਵੀ ਨਹੀਂ ਦੇਣਾ। ਕੀ ਚੀਜ਼ ਸਾਰੀਆਂ ਬੱਸਾਂ ਦਾ ਸੁਖਵੀਲਾ ਦਾ ਸੁਖਬੀਰ ਸਿੰਘ ਬਾਦਲ ਤੋਂ ਬਿਆਨ ਦਵਾ ਦਿਓ। ਅਸੀਂ ਮੰਗਦੇ ਹਾਂ ਸੁਖਵੀਲਾਸ ਮੰਗ ਰਹੇ हैं, कृपा करके सुखबीर सिंह बादल जी तो सुखविलास आइसोलेशन सेंटर ਤੇ ਪਲੱਸ ਮੁਕਤਸਰ ਜ਼ਿਲ੍ਹੇ ਦੀ ਸਾਰੀ ਮਾਈਗ੍ਰੈਂਟ ਲੇਬਰ ਨੂੰ ਇਹਨਾਂ ਦੀਆਂ ਬੱਸਾਂ ਛੱਡ ਕੇ ਆਉਣੀਆਂ, ਚਾਹੇ ਉਹ ਸੁਖਬੀਰ ਜੀ ਦੀਆਂ ਹੋਣ ਚਾਹੇ ਇਹਨਾਂ ਦੀਆਂ ਹੋਣ। 5 ਮਿੰਟਾਂ ਦੇ ਵਿੱਚ ਲਾਈਨ ਤੇ ਲੈ ਕੇ ਆਉਣਾ। ਤੁਸੀਂ ਐਂ ਕਰੋ, ਤੁਸੀਂ ਬਾਕੀ ਸਾਰਾ ਕੁਝ ਛੱਡੋ। ਲਾਈਨ ਤੇ ਬ੍ਰਦਰ ਕਿਉਂ ਲੈ ਕੇ ਆਉਣਾ? ਤੁਹਾਨੂੰ ਚਿੱਠੀ ਲਿਖਦੇ ਆ, ਤੁਹਾਨੂੰ ਚਿੱਠੀ ਲਿਖ ਕੇ ਅਸੀਂ ਬੱਸਾਂ ਕੱਲ ਨੂੰ ਡੀਸੀ ਤੁਹਾਡੇ ਤੋਂ ਮੰਗ ਲੈਂਦਾ, ਤੁਸੀਂ ਉਹਨਾਂ ਚ ਤੇਲ ਪਵਾ ਕੇ ਸਾਨੂੰ ਦਿਓ ਤਾਂ ਜੋ ਅਸੀਂ ਉਹ ਮਾਈਗ੍ਰੈਂਟ ਲੇਬਰ ਛੱਡੀਏ, ਕਿਉਂਕਿ 2500 ਬੰਦਾ ਪੂਰੇ ਜ਼ਿਲ੍ਹੇ ਦਾ ਹੋਣਾ ਹੈ। ਗੱਲ ਖਤਮ। ਤੁਹਾਡੀ ਐਡੀ ਜ਼ਿੰਮੇਵਾਰੀ ਬੱਸਾਂ ਤੇ ਚੜਾ ਕੇ ਬੰਦੇ ਲਾਈਵ ਆਇਓ ਵੀ ਆ ਚੱਲੀਆਂ ਬੱਸਾਂ ਸਾਡੀਆਂ। ਨਹੀਂ, ਤੁਹਾਡੀ ਜ਼ਿੰਮੇਵਾਰੀ ਕਾਹਦੀ ਹੋਗੀ ਇੰਨੀ? ਤੁਹਾਨੂੰ ਕੋਈ ਤਿੰਨਾਂ ਚ ਨਹੀਂ ਕੋਈ ਯਾਰ ਮੈਂ ਕਹਿੰਦਾ ਤੁਹਾਡੀ ਬੱਲੇ ਤੁਸੀਂ ਕਹਿੰਦੇ ਅਸੀਂ ਦੇਣ ਨੂੰ ਤਿਆਰ ਹਾਂ। ਰਮਨ ਛੋਟੀ ਜੀ ਪਰਸੋਂ ਲਾਈਵ ਕਰਿਓ, ਅਸੀਂ ਕੱਲ ਨੂੰ ਇਹਨਾਂ ਤੋਂ ਬੱਸਾਂ ਮੰਗਣੀਆਂ ਸ਼ੁਰੂ ਕਰ ਦਿੰਦੇ ਵੀ ਇੰਨੀਆਂ ਹੋਣਗੀਆਂ। ਇਹ ਤੁਸੀਂ ਲਾਈਵ ਕਰਿਓ ਜੋ ਵੀ ਇੰਨੇ ਯਾਤਰੀ ਛੱਡਦੇ। ਚੱਲ ਯਾਰ, ਨਹੀਂ ਅਸੀਂ ਤਾਂ ਲਾਈਵ ਕਰਦੇ, ਅਸੀਂ ਤਾਂ ਹੁਣ ਵੀ ਲਾਈਵ ਕਰੀ ਜਾਂਦੇ ਹਾਂ। ਅਸੀਂ ਆਪੋਜੀਸ਼ਨ ਚ ਹੋ ਕੇ ਵੀ ਤੁਹਾਡੇ ਸਾਹਮਣੇ ਲਾਈਵ ਬੈਠੇ ਹਾਂ। ਅਸੀਂ ਅੱਜ ਵੀ ਬੈਠੇ ਹਾਂ। ਵੜਿੰਗ ਸਾਹਿਬ ਖੈਰ ਚਲੋ, ਮੰਗ ਤਾਂ ਇਹਨਾਂ ਨੇ ਪ੍ਰਵਾਨ ਕਰ ਲਈ। ਢਿੱਲੋਂ ਸਾਹਿਬ ਤੁਸੀਂ ਮੰਗ ਪ੍ਰਵਾਨ ਕਰ ਲਈ ਨਾ ਰਾਜਾ ਵੜਿੰਗ ਦੀ, ਤੁਸੀਂ ਮੰਗ ਪ੍ਰਵਾਨ ਕੀਤੀ ਰਾਜਾ ਵੜਿੰਗ ਦੀ। ਸੁਖਵਿਲਾਸ ਵਾਲੀ ਵੀ ਪ੍ਰਵਾਨ ਕਰਾਂਗੇ। ਮੇਰੀ ਇੱਕੋ ਹੀ ਮੰਗ ਆ, ਕੈਪਟਨ ਸਾਹਿਬ ਤੋਂ ਤੁਸੀਂ ਇਹ ਅਖਵਾ ਦਿਓ ਵੀ ਮੇਰੇ ਹੱਥ ਖੜੇ ਆ, ਸਰਕਾਰ ਨਹੀਂ ਚੱਲਦੀ, ਅਸੀਂ ਚਲਾਵਾਂਗੇ। ਪਰ ਤੁਸੀਂ ਪਹਿਲਾਂ ਰਾਜਾ ਵੜਿੰਗ ਦੇ ਕੋਲੇ ਸ਼ਰਤ ਰੱਖੀ ਸੀ। ਸਾਡੀ ਇਹ ਇਦਾਂ ਨਹੀਂ ਹੁੰਦੀ ਪੋਲਿਟਿਕਸ। ਤੁਸੀਂ ਰਾਜਾ ਵੜਿੰਗ ਕੋਲ ਪਹਿਲਾਂ ਸ਼ਰਤ ਰੱਖੀ ਸੀ, ਹੁਣ ਰਾਜਾ ਵੜਿੰਗ ਦੀ ਗੱਲ ਤਾਂ ਮੰਨੋ ਨਾ। ਅਸੀਂ ਕਿੱਦਾਂ ਹੁੰਦੀ ਆ, ਮੈਨੂੰ ਬਾਹਲੀ ਕਰਨੀ ਤਾਂ ਨਹੀਂ ਆਉਂਦੀ, ਪਰ ਮੈਨੂੰ ਫੜਨੀ ਜ਼ਰੂਰ ਆਉਂਦੀ ਆ। ਹੁਣ ਮੇਰੇ ਤੋਂ ਕਹਿੰਦੇ ਸੀ ਰਾਜਾ ਵੜਿੰਗ ਹੱਥ ਖੜੇ ਕਰਦੇ ਵੀ ਮੈਂ ਬੱਸਾਂ ਦੇ ਦੂੰਗਾ, ਹੁਣ ਕੈਪਟਨ ਤੇ ਆ ਗਏ, ਫਿਰ ਕਹੋਗੇ ਵੀ ਇਹ ਲੱਤ ਖੜੀ ਕਰਦੇ। ਐ ਥੋੜੀ ਹੁੰਦਾ ਹੈ। ਕੈਪਟਨ ਤੇ ਸੁਖਵਿਲਾਸ ਵਾਲੀ ਗੱਲ ਹੋਈ। ਪੋਲੀਟੀਸ਼ੀਅਨ ਟਾਕ ਲਾਈਕ ਅ ਪੋਲੀਟੀਸ਼ੀਅਨ ਮੈਨ। I am a politician and I am talking like ਇੱਕ ਹੋਰ ਮਸਲਾ ਵੜਿੰਗ ਸਾਹਿਬ ਇੱਕ ਹੋਰ ਮਸਲਾ ਉਹ ਕਹਿੰਦੇ ਐਦਾਂ ਬਹਿਸ ਕੋਈ ਮੁੱਦੇ ਦੀ ਗੱਲ ਹੈ ਮੇਰੇ ਤੋਂ ਤੁਸੀਂ ਪੁੱਛੋ। ਵੜਿੰਗ ਸਾਹਿਬ ਉਹ ਕਹਿੰਦੇ ਅੱਗੇ ਹਜੂਰ ਸਾਹਿਬ ਅਸੀਂ ਬੱਸਾਂ ਦਿੱਤੀਆਂ ਸੀ, ਤੁਸੀਂ ਸਾਡੇ ਸਿਰ ਤੇ ਚੰਗੀ ਪੱਗ ਬੰਨੀ ਹੈ। ਹਜੂਰ ਸਾਹਿਬ ਨੂੰ ਲੈ ਕੇ ਵੀ ਬੜਾ ਵੱਡਾ ਰੇੜਕਾ ਚੱਲ ਰਿਹਾ ਹੈ। ਕਹਿੰਦੇ ਸਰਕਾਰ ਦਾ ਫੇਲਰ ਹੈ, ਸਰਕਾਰ ਦੀ ਨੈਗਲੀਜੈਂਸੀ ਹੈ, ਟੈਸਟ ਨਹੀਂ ਹੋਏ ਤੇ ਸੰਗਤ ਨੂੰ ਬਦਨਾਮ ਕੀਤਾ ਜਾ ਰਿਹਾ। ਨਹੀਂ ਰਮਨ, ਜਿਹੜੀ ਗੱਲ ਪਰਸੋਂ ਦੀ ਗੱਲ ਹੋਈ ਹੈ ਕਿ ਅਸੀਂ ਹਜੂਰ ਸਾਹਿਬ ਦੇ ਯਾਤਰੀ ਸਾਡੇ ਭਰਾ ਨੇ, ਅਸੀਂ ਉਹਨਾਂ ਨੂੰ ਲੈ ਕੇ ਆਏ ਹਾਂ। ਜਿੱਥੋਂ ਤੱਕ ਸਵਾਲ ਹੈ ਕਿ ਉਹਨਾਂ ਨੂੰ ਢਿੱਲੋਂ ਸਾਹਿਬ, ਮੈਂ ਤੁਹਾਡਾ ਪੱਖ ਜਾਣਦਾ, ਮੈਂ ਤੁਹਾਡੇ ਕੋਲ ਆਊਂਗਾ ਢਿੱਲੋਂ ਸਾਹਿਬ, ਮੈਂ ਤੁਹਾਡੀ ਗੱਲ ਪੂਰੀ ਤਰ੍ਹਾਂ ਰਖਵਾਊਂਗਾ। ਵੜਿੰਗ ਸਾਹਿਬ ਨੂੰ ਸੁਣ ਲਈ ਇੱਕ ਮਿੰਟ। ਜਿੱਥੋਂ ਤੱਕ ਸਰਕਾਰ ਦਾ ਪੱਖ ਹੈ, ਹਜੂਰ ਸਾਹਿਬ ਦੇ ਯਾਤਰੀ ਸਾਡੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ, ਉਹ ਸਾਡੇ ਲੋਕ ਹੈ। ਔਰ ਮੈਂ ਸਮਝਦਾ ਕਿ ਜਿਸ ਕਿਸੇ ਨੇ ਵੀ ਉਹਨਾਂ ਨੂੰ ਲਿਆਉਣ ਦੇ ਵਿੱਚ ਉਪਰਾਲੇ ਕੀਤੇ, ਸਰਕਾਰ ਲੈ ਕੇ ਆਈ, ਕਿਸੇ ਨੇ ਹੋਰ ਉਪਰਾਲਾ ਕੀਤਾ, ਬਹੁਤ ਚੰਗੀ ਗੱਲ ਹੈ, ਉਹਨਾਂ ਨੂੰ ਲਿਆਉਣਾ ਚਾਹੀਦਾ ਸੀ। ਲੇਕਿਨ ਤੁਸੀਂ 2-3 ਦਿਨਾਂ ਦੀਆਂ ਮੈਂ ਨਿਊਜ਼ ਚੈੱਕ ਕਰ ਰਿਹਾ, ਵਿਕਰਮ ਸਿੰਘ ਮਜੀਠੀਆ ਜੀ ਨੇ ਇਲਜ਼ਾਮ ਲਾਇਆ ਕਿ ਉਹ ਬੱਸਾਂ ਜਿਹੜੀਆਂ ਏਸੀ ਸਨ, ਇਸ ਕਰਕੇ ਲੋਕਾਂ ਨੂੰ ਕਰੋਨਾ ਵਾਇਰਸ ਹੋ ਗਿਆ ਤੇ ਉਹਨਾਂ ਦਾ ਟੈਂਪਰੇਚਰ ਜਿਹੜਾ ਸੀ 21 ਤੇ ਸੀ। ਸੋ ਇੱਕ ਬ੍ਰਿਜਵੇ ਕੰਪਨੀ ਦੀਆਂ ਬੱਸਾਂ, ਔਰੰਗਾਬਾਦ ਦੀ ਕੰਪਨੀ ਹੈ, ਜਿਹੜੀ ਉਹ ਪਹਿਲਾ ਜਥਾ ਹਰਸਿਮਰਤ ਕੌਰ ਜੀ ਦੇ ਕਹਿਣ ਤੇ ਜਿਹੜਾ ਆਇਆ, ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਉੱਥੋਂ ਅਰੇਂਜ ਕੀਤੀਆਂ ਯੈਲੋ ਕਲਰ ਦੀਆਂ ਬੱਸਾਂ ਜਿਹੜੀਆਂ ਡੇਲੀ ਪੋਸਟ ਤੇ ਪਾਈਆਂ, ਉਹ ਜਿਹੜੀਆਂ ਬੱਸਾਂ ਆਈਆਂ ਸਨ ਉਹ ਵੀ ਏਸੀ ਆਈਆਂ ਸਨ। ਦੂਜੀਆਂ ਏਸੀ ਬੱਸਾਂ ਇਸ ਕਰਕੇ ਨਹੀਂ ਭੇਜੀਆਂ ਸੀ ਵੀ ਕਰੋਨਾ ਫੈਲ ਜੇ, ਏਸੀ ਬੱਸਾਂ ਇਸ ਕਰਕੇ ਭੇਜੀਆਂ ਸੀ, ਮੈਨੂੰ ਨਹੀਂ ਲੱਗਦਾ ਕਿ ਅਮਰਿੰਦਰ ਸਿੰਘ ਜਾਂ ਸਰਕਾਰ
ਵੀ ਕਰੋਨਾ ਫੈਲ ਜੇ। ਏਸੀ ਬੱਸਾਂ ਇਸ ਕਰਕੇ ਭੇਜੀਆਂ ਸੀ ਕਿ ਲੋਕਾਂ ਨੂੰ ਸਹੂਲਤ ਰਵੇ। ਇਹਨਾਂ ਦੀਆਂ ਬੱਸਾਂ ਵੀ ਏਸੀ ਆਈਆਂ ਸੀ। ਫਿਰ ਅੱਜ ਤੁਸੀਂ ਨਿਊਜ਼ 18 ਦੀ ਖਬਰ ਸੁਣ ਰਹੇ ਹੋਵੋਗੇ, ਤੁਸੀਂ ਵੀ ਮੇਰਾ ਖਿਆਲ ਚਲਾਈ ਉਹ, ਸੌਰੀ ਜਗਬਾਣੀ ਨੇ, ਕਿ ਇਹਨਾਂ ਦੇ ਬ੍ਰਿਗੇਡੀਅਰ ਜਿਹੜੇ ਉੱਥੋਂ ਲੜੇ ਬਲਾਚੌਰ ਤੋਂ, ਉਹਨਾਂ ਨੇ ਕਿਹਾ ਕਿ ਹਜੂਰ ਸਾਹਿਬ ਸੰਗਤ ਪਹੁੰਚ ਜੇ, ਜਿਨ੍ਹਾਂ ਨੇ ਜਾਣਾ। ਉਹਨਾਂ ਨੇ ਪੇਜ ਤੇ ਪਾਇਆ, ਐਲਾਨ ਕੀਤਾ। ਕੁਝ ਲੋਕ ਯਾਤਰੀ ਨਹੀਂ ਸਨ, ਜਿਹੜੇ ਹਜੂਰ ਸਾਹਿਬ ਚਲੇ ਗਏ, ਉਹ ਬੈਠ ਕੇ ਸੰਗਤ ਦੇ ਨਾਲ ਵਾਪਸ ਵੀ ਆਏ। ਉਹ ਕਿੱਥੋਂ ਫੈਲਿਆ, ਕਿਵੇਂ ਫੈਲਿਆ, ਉਸ ਗੱਲ 'ਚ ਜਾਣਨਾ ਨਹੀਂ ਚਾਹੁੰਦੇ। ਅੱਜ ਜਿੱਥੋਂ ਤੱਕ ਤੁਸੀਂ ਦੇਖਿਆ ਹੋਣਾ, ਉਹ ਡੇਰੇ 'ਚ ਬੰਦੇ ਠਹਿਰੇ ਹੋਏ ਸੀ, ਉਹਨਾਂ ਨੇ ਮਨਾ ਕਰਤਾ, ਅਸੀਂ ਸਰਾਂ 'ਚ ਨਹੀਂ ਜਾਣਾ, ਅਸੀਂ ਇੱਥੇ ਬਹੁਤ ਸੌਖੇ ਹਾਂ, ਸਾਨੂੰ ਸਰਕਾਰ ਸਾਰੀਆਂ ਸੁਵਿਧਾਵਾਂ ਦੇ ਰਹੀ ਹੈ। ਤੁਸੀਂ ਦੇਖਿਆ ਹੋਣਾ ਇੱਕ ਗਿੱਦੜਵੇ ਦਾ ਬੰਦਾ, ਕੌਣੀ ਦਾ, ਜਿਹੜਾ ਆਈਸੋਲੇਟ ਸੈਂਟਰ 'ਚ ਹਜੂਰ ਸਾਹਿਬ ਤੋਂ ਆਇਆ, ਉਹ ਕਹਿੰਦਾ ਵੀ ਆਰ ਸੈਟਿਸਫਾਈਡ ਵਿਦ ਗਵਰਨਮੈਂਟ, ਜਿਹੜੀ ਸਾਡੀ ਦੇਖਭਾਲ ਕਰ ਰਹੀ ਹੈ। ਕਿਤੇ ਨਾ ਕਿਤੇ ਜਲਦਬਾਜ਼ੀ 'ਚ ਪ੍ਰੈਸ਼ਰ ਮੈਨੂੰ ਲੱਗਦਾ ਕਿ ਜਿਹੜਾ ਪਾਇਆ ਗਿਆ, ਜਾਣ ਬੁੱਝ ਕੇ ਗੱਲ ਕ੍ਰੀਏਟ ਕੀਤੀ ਗਈ ਕਿ ਅਸੀਂ ਸਿੱਖਾਂ ਦੇ ਮਸੀਹਾ ਹਾਂ, ਅਸੀਂ ਸਿੱਖਾਂ ਦੇ ਹਮਦਰਦ ਹਾਂ, ਅਸੀਂ ਸਿੱਖਾਂ ਨੂੰ ਵਾਪਸ ਲਿਆ ਰਹੇ। ਉਸ ਜਲਦਬਾਜ਼ੀ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਸੀ ਕਿ ਜਿੱਥੇ ਜੋ ਬੈਠਾ ਹੈ ਉਹ ਬੈਠਾ ਰਵੇ, ਉਹਦੀ ਦੇਖ। ਤੇ ਕੇਂਦਰੀ ਮੰਤਰੀ ਹੋਣ ਦੇ ਨਾਤੇ ਹਰਸਿਮਰਤ ਕੌਰ ਨੇ ਪ੍ਰਧਾਨ ਮੰਤਰੀ ਗੱਲ ਦੀ ਉਲੰਘਣਾ ਕਰਦੇ ਹੋਏ, ਸੋ ਮੈਂ ਸਮਝਦਾ ਕਿ ਉਹਨਾਂ ਨੂੰ ਜਲਦਬਾਜ਼ੀ 'ਚ ਉਹਨਾਂ ਨੂੰ ਲੈ ਕੇ ਆਉਣਾ ਸਾਡਾ ਫਰਜ਼ ਬਣਦਾ ਹੈ, ਉਹਨਾਂ ਦੀ ਦੇਖਭਾਲ ਕਰਨਾ ਸਾਡਾ ਫਰਜ਼ ਬਣਦਾ। ਉਹ ਸਾਡੇ ਆਪਦੇ ਨੇ, ਲੇਕਿਨ ਕਿਤੇ ਨਾ ਕਿਤੇ ਉਹ ਜਲਦਬਾਜ਼ੀ ਔਰ ਵਾਰੀ-ਵਾਰੀ ਸਰਕਾਰ ਨੂੰ ਕੋਸਣਾ, ਵਾਰੀ-ਵਾਰੀ ਇਹ ਗੱਲ ਕਹਿਣੀ। ਹੁਣ ਤੁਸੀਂ ਦੇਖ ਰਹੇ ਹੋਗੇ ਹਰਸਿਮਰਤ ਕੌਰ ਜੀ ਦੇ ਬਿਆਨ ਵੀ ਇੰਨੇ ਕਰੋੜ ਆ ਗਿਆ, 50 ਕਰੋੜ ਆ ਗਿਆ, 70 ਆ ਗਿਆ, 100 ਕਰੋੜ ਗਿਆ। ਯਾਦ ਹੋਣਾ ਤੁਹਾਨੂੰ 1200 ਕਰੋੜ ਰੁਪਇਆ ਜਦੋਂ 3 ਜ਼ਿਲ੍ਹਿਆਂ 'ਚ ਵਾਟਰ ਲੌਗਿੰਗ ਦੀ ਪ੍ਰੋਬਲਮ ਆਈ ਸੀ, ਮੁਕਤਸਰ, ਫਿਰੋਜ਼ਪੁਰ, ਹਬੋਰ ਤੇ ਮੁਕਤਸਰ ਦੇ ਵਿੱਚ ਤੇ ਲੰਬੀ ਦੇ ਵਿੱਚ ਪਾਣੀ ਆਇਆ ਸੀ, ਸੁਨੀਲ ਜਾਖੜ ਨਾਲ ਗਏ ਤੇ 1200 ਕਰੋੜ ਰੁਪਇਆ ਮਨਮੋਹਨ ਸਿੰਘ ਨੇ ਇਹਨਾਂ ਪਿੰਡਾਂ ਦੀ ਸਮੱਸਿਆ ਸੇ ਵਾਟਰ ਲੌਗਿੰਗ ਵਾਸਤੇ ਦਿੱਤਾ। ਪਰ ਤੁਸੀਂ ਇੱਕ ਗੱਲ ਮਹਿਸੂਸ ਕਰਦੇ ਹੋ ਵੜਿੰਗ ਸਾਹਿਬ, ਇੱਕ ਗੱਲ ਮਹਿਸੂਸ ਕਰਦੇ ਹੋ, ਗਲਤੀ ਤੁਹਾਡੇ ਤੋਂ ਹੋਈ ਹੈ ਕਿ ਤੁਸੀਂ ਪੰਜਾਬ ਆਉਣ ਤੇ ਸ਼ਰਧਾਲੂਆਂ ਦੇ ਟੈਸਟ ਨਹੀਂ ਕੀਤੇ। ਦੂਸਰੀ ਗਲਤੀ ਤੁਹਾਡੇ ਤੋਂ ਇਹ ਹੋਈ ਕਿ ਚਾਹੇ ਅਕਾਲੀ ਦਲ ਨੇ ਬੰਦੇ ਉੱਥੇ ਇਕੱਠੇ ਕੀਤੇ ਸੀਗੇ, ਬੰਦਿਆਂ ਦੀ ਕੈਟਾਗਰੀ ਵਾਈਜ਼ ਤਾਂ ਲੈ ਕੇ ਤੁਸੀਂ ਆਉਣਾ ਸੀ ਨਾ, ਵੈਰੀਫਾਈ ਤਾਂ ਤੁਸੀਂ ਕਰਨਾ ਸੀ ਕਿ ਕਿਹੜਾ ਸ਼ਰਧਾਲੂ ਹੈ ਤੇ ਕਿਹੜੀ ਲੇਬਰ ਹੈ। ਇੱਥੇ ਸਰਕਾਰ ਤੁਹਾਡੀ ਫੇਲ ਹੋਈ ਹੈ, ਤੁਸੀਂ ਮੰਨਦੇ ਹੋ? ਨਹੀਂ, ਜੇ ਤੁਸੀਂ ਟੈਸਟ ਦੀ ਗੱਲ ਕਰਦੇ ਹੋ 100% ਟੈਸਟਿੰਗ ਜਿਹੜੀ ਹੈ, ਜੇ ਟੈਸਟ ਨਹੀਂ ਹੋਏ, ਹੁਣ ਅਸੀਂ ਆਈਸੋਲੇਟ ਇੱਥੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਸੀ, ਕੁਆਰੰਟਾਈਨ ਤੋਂ ਬਾਅਦ 42 ਪੋਜ਼ਿਟਿਵ ਆ ਗਏ, 5 ਠੀਕ ਆ ਗਏ, ਉਹਨਾਂ ਦੀ ਟੈਸਟਿੰਗ ਹੋਈ। ਮਜੀਠੀਆ ਸਾਹਿਬ ਨੇ ਪਰਸੋਂ ਇਹ ਵੀ ਕਿਹਾ ਸੀ ਵੀ ਉੱਥੇ ਟੈਸਟਿੰਗ ਨਹੀਂ ਹੋਈ, ਉੱਥੇ ਨਾਰਮਲ ਚੈੱਕਅਪ ਹੋਇਆ ਕਿ ਸਿੰਪਟਮਸ ਤਾਂ ਨਹੀਂ ਕਿਸੇ ਨੂੰ, ਜਿਹੜਾ ਉਹ ਆਪਾਂ ਟੈਂਪਰੇਚਰ ਚੈੱਕ ਕਰਦੇ ਹਾਂ, ਕਿਸੇ ਦਾ ਕੋਵਿਡ ਦਾ ਉੱਥੇ ਟੈਸਟ ਨਹੀਂ ਹੋਇਆ ਜਾਂ ਕੋਈ ਰਿਜ਼ਲਟ ਦਿਖਾ ਦਿੱਤਾ ਜਾਵੇ ਅਗਰ ਕੋਵਿਡ ਦਾ ਕੋਈ ਟੈਸਟ ਹੋਇਆ ਹੋਵੇ ਤਾਂ। ਉੱਥੇ ਸੰਗਤ ਇੰਨਾ ਚਿਰ ਰਹੀ, ਉਹਦੇ ਨਤੀਜੇ ਹੌਲੀ ਹੌਲੀ ਕਿਸੇ ਨੂੰ ਹੋ ਸਕਦਾ ਹੋਵੇ, ਕਿਸੇ ਨੂੰ ਹੋ ਸਕਦਾ ਨਾ ਹੋਵੇ, ਹੋ ਸਕਦਾ ਉਹ ਬੱਸ ਚ ਆਉਂਦਿਆਂ ਹੋ ਗਿਆ ਹੋਵੇ, ਬੱਸਾਂ ਤੋਂ ਉਤਰਦਿਆਂ ਟੈਸਟ ਹੋਏ ਕਿ ਨਹੀਂ ਹੋਏ। ਉਸ ਗੱਲ ਨੂੰ ਡਿਨਾਈ ਨਹੀਂ ਕਰਦਾ। ਵੜਿੰਗ ਸਾਹਿਬ ਕਹਿੰਦੇ ਅਸੀਂ ਆਉਂਦਿਆਂ ਸਾਰ ਟੈਸਟ ਕੀਤੇ ਆ, ਤੁਸੀਂ ਸਹਿਮਤ ਹੋ? ਭਾਈ ਸਾਹਿਬ, ਡਿੱਗੀ ਤਾਂ ਜੇ ਸਾਹ ਨਾ ਆਇਆ ਤਾਂ ਹੀ ਤਾਂ ਡੁੱਬੀ। ਇਹੀ ਤਾਂ ਅਸੀਂ ਰੋਈ ਜਾਂਦੇ ਹਾਂ ਵੀ ਉਹਨਾਂ ਦੇ ਕੁਆਰੰਟਾਈਨ ਸੈਂਟਰ ਉਹਨਾਂ ਤੋਂ ਪਹਿਲਾਂ ਬਣਾਉਣੇ ਚਾਹੀਦੇ। ਸੰਗਤ ਨੂੰ ਲਿਆ ਕੇ ਉੱਥੇ ਕੁਆਰੰਟਾਈਨ ਕਰਕੇ, ਉੱਥੇ 10-10, 15-15 ਦੇ ਟੈਸਟ ਕਰਕੇ ਫਿਰ ਉਹਨਾਂ ਨੂੰ ਅੱਡੋ ਅੱਡੀ ਆਪੋ ਆਪਣੇ ਥਾਵਾਂ ਤੇ ਭੇਜਣਾ ਚਾਹੀਦਾ ਸੀ। ਇਹਨਾਂ ਨੇ ਕੀ ਕੀਤਾ ਜੀ, ਸਿਰਫ ਵਾਹਵਾ ਲੁੱਟਣ ਦੇ ਖਾਤਰ ਡਾਇਰੈਕਟ ਉਹਨਾਂ ਨੂੰ ਆਪੋ ਆਪਣੇ ਪਿੰਡਾਂ 'ਚ ਭੇਜ ਸਿੱਧਾ ਹੀ, ਤੇ ਆਪਦੇ ਸੀਐਮ ਸਾਹਿਬ ਨੇ ਬਿਆਨ ਛੱਡਤਾ, ਰਾਜਾ ਜੀ ਨੇ ਵੀ ਛੱਡਤਾ, ਆਪਣੇ ਵੜਿੰਗ ਸਾਹਿਬ ਨੇ ਵੀ, ਅਸੀਂ ਸਾਰੇ ਸ਼ਰਧਾਲੂਆਂ ਨੂੰ ਆਪੋ ਆਪਣੇ ਘਰੋਂ ਘਰੀ ਭੇਜਤਾ। ਇੱਕ ਦਿਨ ਵਾਹਵਾ ਹੋ ਗਈ, ਅਗਲੇ ਦਿਨ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਆ, ਜਿਹੜੇ ਸੈਕਟਰੀ ਆਪਣਾ ਹੈਲਥ ਦੇ ਆ, ਉਹਨਾਂ ਨੇ ਇੱਕ ਲੈਟਰ ਕੱਢਤੀ ਵੀ ਇਹਨਾਂ ਸਾਰਿਆਂ ਦੇ ਟੈਸਟ ਕੀਤੇ, ਤੁਸੀਂ ਕਿਸ ਬਿਆਨ ਤੇ ਇਹਨਾਂ ਨੂੰ ਘਰੋਂ ਘਰੀ ਭੇਜਤਾ। ਜਦੋਂ ਦੁਬਾਰੇ ਇਹ ਘਰੋਂ ਘਰੀ ਭੇਜਦੇ ਤੇ ਉਦੋਂ ਬਾਅਦ ਰਿਪੋਰਟ ਚੱਲ ਪਈ ਉਹਨਾਂ ਦੇ ਪਿੱਛੇ। ਇਹ ਤਾਂ ਚੋਰ ਸਿਪਾਹੀ ਵਾਲਾ ਖੇਡ ਖੇਡੀ ਜਾਂਦੇ ਆ ਜੀ, ਕੋਈ ਸੀਰੀਅਸਲੀ ਕਿਸੇ ਗੱਲ ਨੂੰ ਨਹੀਂ ਲੈ ਰਿਹਾ। ਉਹਨਾਂ ਨੇ ਜਾ ਕੇ ਪਰ ਕਾਂਗਰਸ ਇਹ ਗੱਲ ਕਹਿੰਦੀ ਹੈ, ਡਿੰਪੀ ਜੀ, ਕਾਂਗਰਸ ਇਹ ਗੱਲ ਕਹਿੰਦੀ ਹੈ ਵੀ ਤੁਸੀਂ ਵਾਹ ਖੱਟਣ ਦੀ ਖਾਤਰ ਬੀਬਾ ਜੀ ਤੁਰੰਤ ਅਮਿਤ ਸ਼ਾਹ ਜੀ ਕੋਲ ਗਏ ਤੇ ਜਾ ਕੇ ਉੱਥੋਂ ਮਨਜ਼ੂਰੀ ਲੈ ਲਈ, ਪਰ ਉਹਦੇ 'ਚ ਤੁਹਾਨੂੰ ਵੀ ਸਟੱਡੀ ਨਹੀਂ ਕਰਨਾ ਚਾਹੀਦਾ ਸੀਗਾ, ਸਰਕਾਰ ਦੇ ਨਾਲ ਤੁਹਾਨੂੰ ਕੋਆਰਡੀਨੇਟ ਕਰਨਾ ਚਾਹੀਦਾ ਸੀਗਾ। ਕਿਤੇ ਨਾ ਕਿਤੇ ਤੁਸੀਂ ਵੀ ਤਾਂ ਕ੍ਰੈਡਿਟ ਵਾਰ 'ਚ ਫਸੇ ਸੀਗੇ। ਇਹਦੇ 'ਚ ਕੋਈ ਦੋ ਰਾਏ ਨਹੀਂ, ਕ੍ਰੈਡਿਟ ਨਹੀਂ ਸੀ। ਤੁਸੀਂ ਇਹ ਕਹੋ ਵੀ ਸਾਨੂੰ ਸ਼ਰਧਾ ਸੀ। 1 ਮਹੀਨੇ ਤੋਂ ਯਾਤਰੀ ਉੱਥੇ ਫਸੇ ਗਏ ਸੀ। ਬੀਬਾ ਜੀ ਨੇ 1 ਮਹੀਨੇ ਬਾਅਦ ਉਪਰਾਲਾ ਕਰਨਾ ਸਟਾਰਟ ਕੀਤਾ। 1 ਮਹੀਨੇ ਤੋਂ ਬਾਅਦ ਇਹਨਾਂ ਨੂੰ ਸਾਰੀਆਂ ਲੈਟਰਸ ਲਿਆ ਕੇ ਦਿੱਤੀਆਂ ਕਿ ਆਹ ਲਓ ਜੀ, ਹੋਮ ਸੈਕਟਰੀ ਸਾਹਿਬ ਤੋਂ, ਅਮਿਤ ਸ਼ਾਹ ਜੀ ਤੋਂ, ਹੋਮ ਮਿਨਿਸਟਰ ਤੋਂ ਇਹਨਾਂ ਨੂੰ ਸਾਰੀ ਕਲੀਅਰੈਂਸਸ ਲਿਆ ਕੇ ਦੇ ਦਿੱਤੀਆਂ ਵੀ ਲਿਆ ਕੇ ਹੁਣ ਉਹਨਾਂ ਨੂੰ ਤੁਸੀਂ ਆਪੋ ਆਪਣੇ ਘਰੋਂ ਘਰੀ ਛੱਡ ਦਿਓ। ਇਹ ਤਾਂ ਹੁਣ
ਆਪਣਾ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਅੱਗੇ ਆ ਕੇ ਉਹਨਾਂ ਨੂੰ ਕਿਸ ਤਰ੍ਹਾਂ ਟੈਕਸ ਵੜਿੰਗ ਸਾਹਿਬ ਕਹਿੰਦੇ ਚਿੱਠੀਆਂ ਲਿਆ ਕੇ ਤੁਹਾਨੂੰ ਮਜ਼ਦੂਰੀ ਲਿਆ ਕੇ ਫੜਾ ਚਲਾ ਦਿੱਤੀ। ਲੈਂਦੇ ਬੀਬਾ ਜੀ ਉੱਥੋਂ ਸਪੈਸ਼ਲ ਜਦੋਂ ਇੰਨੀਆਂ ਚਿੱਠੀਆਂ ਲੈਤੀਆਂ ਸੀ ਤੇ ਬੀਬਾ ਜੀ ਆਪਦੀ ਟਰਾਂਸਪੋਰਟ ਭੇਜ ਕੇ, ਉਹ ਤਾਂ 3500 ਬੰਦਾ ਸੀ, 5-700 ਆਪਦੀ ਬੱਸ ਹੈ, ਇਹਨਾਂ ਦੀ ਹੋਣੀ ਹੈ 2-250 ਹੋਰਾਂ ਦੀ ਹੈ, ਇਹ ਫਿਰ ਉਹਨਾਂ ਨੂੰ ਲੈ ਵੀ ਆਉਂਦੇ, ਫਿਰ ਸਾਰਾ ਕ੍ਰੈਡਿਟ ਹੀ ਲੈਂਦੇ ਬੀਬਾ ਜੀ। ਫਿਰ ਬੀਬਾ ਜੀ ਉੱਥੋਂ ਟ੍ਰੇਨ ਲੈ ਲੈਂਦੇ ਸਪੈਸ਼ਲ, ਫਿਰ ਬੀਬਾ ਜੀ ਉਹਨਾਂ ਨੂੰ ਆ ਕੇ ਇੱਥੇ ਟੈਸਟ ਵੀ ਕਰਾ ਦਿੰਦੇ ਬੀਬਾ ਜੀ। ਜਦੋਂ ਬੀਬਾ ਜੀ ਨੇ ਕਰ ਲਿਆ ਸਾਰਾ ਕੰਮ, ਬੀਬਾ ਜੀ ਫਿਰ ਚਿੱਠੀਆਂ ਤਾਂ ਕਿਉਂ ਸਹਿਮਤ ਰਹਿ ਗਏ, ਸੀਮਤ ਰਹਿ ਗਏ? ਇਹ ਕੱਲੀਆਂ ਚਿੱਠੀਆਂ ਦੀ ਜ਼ਿੰਮੇਵਾਰੀ ਸੀ ਵੀ ਚਿੱਠੀ ਲੈ ਦਿਓ, ਉਦੋਂ ਬਾਅਦ ਸੰਗਤ ਮਰਦੀ ਹੈ ਤਾਂ ਮਰ ਜੇ। ਕਮਾਲ ਹੋ ਗਈ, ਤੁਹਾਨੂੰ ਲੈ ਕੇ ਘਰੇ ਅਸੀਂ ਸਾਰੀ ਸੰਗਤ ਫੜਾਤੀ, ਸਾਂਭੀ ਥੋੜੀ ਗਈ ਤੇ ਹੁਣ ਤੁਸੀਂ ਐਲੀਗੇਸ਼ਨ ਸਾਡੇ ਤੇ ਲਾਈ ਜਾਂਦੇ ਹੋ। ਇੱਕ ਦਿਨ ਪਹਿਲਾਂ ਤਾਂ ਬੜੇ ਚੌੜੇ ਉਹ ਦੱਸਦੇ ਸੀਗੇ ਕਿ ਅਸੀਂ ਸਾਰੀ ਸੰਗਤ ਘਰੇ ਪਹੁੰਚਾਤੀ, ਜੇ ਉਹ ਸਾਰੇ ਹੁਣ ਪੁਲਿਸ ਤੇ ਨਿਕਲੇ ਤਾਂ ਹੁਣ ਮਾੜੇ ਅਕਾਲੀ ਦਲ ਵਾਲੇ ਹੋ ਗਏ। ਰਮਨ ਜੀ ਨਾ ਕਿਸੇ ਨੂੰ ਮਾੜਾ ਕਹਿੰਦੇ ਆ, ਸੰਗਤ ਦੀ ਜ਼ਿੰਮੇਵਾਰੀ ਹਜ਼ੂਰ ਸਾਹਿਬ ਦੇ ਯਾਤਰੀਆਂ ਦੀ, ਗੁਰੂ ਗੋਬਿੰਦ ਸਿੰਘ ਜੀ ਦੇ ਉਸ ਪਵਿੱਤਰ ਸਥਾਨ ਦੀ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ, ਔਰ ਸਾਰੀ ਸੰਗਤ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇਗਾ। ਪਰ ਵੜਿੰਗ ਸਾਹਿਬ ਕਾਂਗਰਸ ਦੇ ਸੀਨੀਅਰ ਲੀਡਰ ਦਿਗਵਿਜੇ ਸਿੰਘ ਦੇ ਬਿਆਨ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਕਾਂਗਰਸ ਦੇ ਸੀਨੀਅਰ ਲੀਡਰ ਦਿਗਵਿਜੇ ਸਿੰਘ ਦੇ ਬਿਆਨ ਦੇ ਬਾਰੇ ਤੁਹਾਡਾ ਕੀ ਕਹਿਣਾ ਵੜਿੰਗ ਸਾਹਿਬ? ਬਿਕਰਮ ਸਿੰਘ ਮਜੀਠੀਆ ਨੇ ਸਮੁੱਚੇ ਅਕਾਲੀ ਦਲ ਨੇ ਉਸ ਨੂੰ ਲੈ ਕੇ ਤੁਹਾਡੇ ਤੇ ਬੜਾ ਕਟਾਕਸ਼ ਕੀਤਾ, ਕਹਿੰਦੇ ਕਾਂਗਰਸ ਦੇਖੋ ਸਿੱਖਾਂ ਨੂੰ ਕਿਸ ਤਰੀਕੇ ਨਾਲ ਪੇਸ਼ ਕਰ ਰਹੀ ਹੈ। ਉਹ ਸਾਰੇ ਲੋਕ ਜਾਣਦੇ ਆ ਸਿੱਖਾਂ ਦਾ ਹਮਾਇਤੀ ਕੌਣ ਹੈ, ਬਗਰਾੜੀ ਕਾਂਡ ਦਾ ਸਾਰੀ ਦੁਨੀਆ ਜਾਣਦੀ ਹੈ, ਸਮਝ ਗਏ? ਸਾਰਿਆਂ ਨੂੰ ਪਤਾ ਹੈ ਬਾਈਬਲ ਕਲਾਂ ਕੀ ਹੋਇਆ ਹੈ, ਲੋਕਾਂ ਨੂੰ ਪਤਾ ਹੈ ਕਿ ਹੁਣ ਉਹ ਸਿੱਖ ਇਹਨਾਂ ਦੇ ਕਿਸੇ ਝਾਂਸੇ 'ਚ ਨਹੀਂ ਆਉਂਦੇ। ਰਹੀ ਗੱਲ ਕਿਸੇ ਦਾ ਬਿਆਨ, ਕੋਈ ਕਿਸੇ ਸਟੇਟ ਦਾ ਬੰਦਾ ਅਗਰ ਕੋਈ ਬਿਆਨ ਦੇ ਦੇ ਜਾਂ ਨਾ ਦੇ ਦੇ, ਅਸੀਂ ਹਮੇਸ਼ਾ ਕੈਪਟਨ ਸਰਕਾਰ, ਕਾਂਗਰਸ ਦਾ ਬੰਦਾ ਔਰ ਹਰ ਪੰਜਾਬੀ ਆਪਦੇ ਸਿੱਖਾਂ ਭਰਾਵਾਂ ਨਾਲ ਡਟ ਕੇ ਖੜਾ ਰਹਿੰਦਾ ਹੈ। ਅਸੀਂ ਅੱਜ ਵੀ ਕਿਸੇ ਪੰਜਾਬ ਦੇ ਕਿਸੇ ਲੀਡਰ ਨੇ ਕੋਈ ਬਿਆਨ ਦਿੱਤਾ ਹੈ, ਜੇ ਪੰਜਾਬ ਦੇ ਕਿਸੇ ਕੋਈ ਬੰਦੇ ਨੇ ਕੋਈ ਗੱਲ ਕਹੀ ਹੈ, ਕਿਸੇ ਨੇ ਕਿਹਾ ਕਿ ਸੰਗਤ ਨਹੀਂ ਲਿਆਉਣੀ ਸੀ, ਫਿਰ ਉਸ ਗੱਲ ਦਾ ਮੈਂ ਜ਼ਿੰਮੇਦਾਰ ਹਾਂ। ਲੇਕਿਨ ਅਸੀਂ ਹਮੇਸ਼ਾ ਇਹਨਾਂ ਨੂੰ ਗੱਲ ਘਮਾਉਣੀ ਆਉਂਦੀ ਹੈ। ਇਹਨਾਂ ਨੇ ਤਾਂ ਇਹ ਵੀ ਕਹਿਤਾ ਸੀ ਜਰਨਲ ਡਾਇਰ, ਵੇਖਿਆ ਕਿੱਦਾਂ ਝੂਠ ਬੋਲਿਆ ਸੀ ਮੈਡਮ ਹਰਸਿਮਰਤ ਕੌਰ ਬੀਬਾ ਜੀ, ਕਹਿੰਦੇ ਪਾਰਲੀਮੈਂਟ 'ਚ ਜਿਨ੍ਹਾਂ ਦੇ ਆਪਦੇ ਹੱਥ ਖੂਨ ਨਾਲ ਰੰਗੇ ਵੇ ਸੀ, ਕਹਿੰਦੇ ਜਰਨਲ ਡਾਇਰ ਭੁਪਿੰਦਰ ਸਿੰਘ ਜੀ ਉੱਥੇ ਉਹਨਾਂ ਨਾਲ ਲਿੰਕ ਸੀ ਮਹਾਰਾਜਾ ਦੀ ਫੈਮਿਲੀ ਨਾਲ, ਜਿਹੜਾ ਜਰਨਲ ਡਾਇਰ ਮਜੀਠਾ ਸਾਹਿਬ ਦੇ ਹਰਸਿਮਰਤ ਜੀ ਦੇ ਪਰਿਵਾਰ ਦੇ ਘਰੇ ਆਪ ਆ ਕੇ ਲੋਕਾਂ ਨੂੰ ਰੋਟੀ ਉਹਨਾਂ ਨੇ ਛਕਾਈ ਸੀ ਉਸ ਜਰਨਲ ਡਾਇਰ ਨੂੰ। ਇਹ ਇੰਨੀ ਸਫਾਈ ਨਾਲ ਝੂਠ ਮਾਰ ਜਾਂਦੇ, ਇਹਨਾਂ ਕੋਲੇ ਇਹ ਤਜਰਬਾ ਹੈਗਾ। ਸੋ ਮੇਰੇ ਕਹਿਣ ਤੋਂ ਭਾਵ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਵੱਧ ਜਦੋਂ ਸਿੱਖਾਂ ਨੂੰ ਲੋੜ ਪਈ ਹੈ ਕਿਸੇ ਬੰਦੇ ਨੇ ਕੁਰਬਾਨੀ ਦਿੱਤੀ ਹੋਵੇ। ਉਹਨਾਂ ਨੇ ਚਲਾ ਕੇ ਮਾਰੇ ਅਸਤੀਫੇ ਪੰਜਾਬ ਦੀ ਖਾਤਰ, ਉਹਨਾਂ ਨੇ ਚਲਾ ਕੇ ਆਪਦੇ ਕੁਰਸੀਆਂ ਛੱਡਤੀਆਂ ਪਾਣੀਆਂ ਦੀ ਖਾਤਰ। ਸੋ ਜਿੱਥੇ ਔਰ ਲੋਕ ਇਹ ਜਾਣਦੇ ਕਿ ਸਿੱਖ ਸਭ ਤੋਂ ਤਕੜਾ ਕੌਣ ਹੈ। ਜੇ ਅੱਜ ਵੀ ਹੁਣ ਤੁਸੀਂ ਪੋਸਟ ਪਾ ਲਓ, ਪੁੱਛ ਲਓ ਲੋਕਾਂ ਤੋਂ, ਵੋਟਾਂ ਪਵਾ ਲਓ ਵੀ ਸਭ ਤੋਂ ਸਿੱਖ ਕਿਹਨੂੰ ਜ਼ਿਆਦਾ ਵਧੀਆ ਮੰਨਦੇ ਹੋ, ਬਾਦਲ ਪਰਿਵਾਰ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਨੂੰ? ਉਹ ਕਹਿਣਗੇ ਕੈਪਟਨ ਅਮਰਿੰਦਰ ਸਿੰਘ। ਢਿੱਲੋਂ ਸਾਹਿਬ ਇਹ ਪੁੱਛਣਾ ਚਾਹੁੰਦਾ ਕਿ ਵੜਿੰਗ ਸਾਹਿਬ ਕਹਿ ਰਹੇ ਆ ਵੀ ਡਾਇਰ ਸਾਹਿਬ ਨੂੰ ਰੋਟੀ ਮਜੀਠੀਆ ਪਰਿਵਾਰ ਨੇ ਕੀਤੀ। ਮਾਫ ਕਰਨਾ ਮੈਨੂੰ ਬੜੀ ਮੈਂ ਨਹੀਂ ਕਹਿ ਰਿਹਾ ਯਾਰ, ਕਿਤਾਬਾਂ ਕਹਿ ਰਹੀਆਂ ਬ੍ਰਦਰ, ਕਿਤਾਬਾਂ, ਬੁੱਕਸ, ਹਿਸਟਰੀ। ਇਹ ਰਮਨ ਨੂੰ ਪੁੱਛ ਲਓ ਇਹ ਗੱਲ ਸੱਚ ਹੈ ਕਿ ਝੂਠ ਹੈ। ਨਹੀਂ ਤੁਸੀਂ ਉੱਥੇ ਨਾਲ ਗਏ, ਦੱਸੋ ਜੀ ਰਮਨ ਜੀ ਇਹ ਗੱਲ ਸੱਚ ਹੈ ਕਿ ਝੂਠ ਹੈ? ਇਹ ਤੁਹਾਡੇ ਕਿਤਾਬਾਂ 'ਚ ਹੈ, ਅਕਾਲੀ ਮੋਰਚਾ ਦਾ ਇਤਿਹਾਸ ਕਿਤਾਬ ਆ, ਸ਼ਾਇਦ ਉਹਦੇ ਵਿੱਚ ਵੀ ਹੈ। ਕਿੱਥੇ ਲਿਖਿਆ ਹਿਸਟਰੀ ਦੇ ਵਿੱਚ? ਦੱਸੋ ਇਹ ਗੱਲ ਸੱਚ ਹੈ ਕਿ ਝੂਠ ਹੈ? ਸੁੰਦਰ ਸਿੰਘ ਜੀ ਦੱਸੋ ਜੀ। ਨਹੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ। ਮਜੀਠੀਆ ਸਾਹਿਬ ਵਿਧਾਨ ਸਭਾ ਚ ਆਪ ਮੰਨ ਗਏ ਸੀ। ਕਾਂਗਰਸ ਪਾਰਟੀ ਬਹੁਤ ਚੰਗੀ ਆ, ਜਿੱਥੇ ਲਿਖਿਆ ਕਮਾਲ ਹੋ ਗਈ ਯਾਰ। ਕਾਂਗਰਸ ਪਾਰਟੀ ਨੇ ਦੁਨੀਆ ਭਰ ਦੇ ਸਿੱਖ ਹਿੰਦੁਸਤਾਨ ਚ ਮਾਰਤੇ, ਬਹੁਤ ਚੰਗੀ ਆ। ਰਾਜਾ ਵੜਿੰਗ ਜੀ ਨੇ ਇੰਦਰਾ ਗਾਂਧੀ ਜੀ ਨੂੰ ਆਪਣੀ ਮਾਂ ਬਣਾ ਲਿਆ, ਕਾਂਗਰਸ ਪਾਰਟੀ ਬਹੁਤ ਚੰਗੀ ਆ। ਯਾਰ ਇੰਦਰਾ ਗਾਂਧੀ ਨੂੰ ਮਾਂ ਬਣਾ ਲਿਆ, ਨਹੀਂ ਬਣਾ ਲਿਆ, ਮੈਂ ਉਸ ਕਾਂਗਰਸ ਪਾਰਟੀ ਦੇ ਜਿੱਥੇ ਉਹਦਾ ਪੋਤਰਾ ਲੀਡ ਕਰਦਾ, ਮੈਂ ਹੁਣ ਵੀ ਰਾਹੁਲ ਗਾਂਧੀ ਦੇ ਨਾਲ ਹੈ। ਮੁਸਲਮਾਨਾਂ ਦੀ ਲੜਾਈ ਕਰਾ ਕੇ ਹਿੰਦੁਸਤਾਨ ਦੇ ਤੁਸੀਂ ਮੇਰੇ ਖਿਆਲ ਆਤੇ ਵੀ ਇੰਦਰਾ ਗਾਂਧੀ ਮੇਰੇ ਖਿਆਲ ਮੁੱਦਾ ਡੀਰੇਲ ਹੋ ਰਿਹਾ। ਵੜਿੰਗ ਸਾਹਿਬ ਮੈਂ ਤੁਹਾਨੂੰ ਦੋਵਾਂ ਨੂੰ ਗੁਜ਼ਾਰਿਸ਼ ਕਰਦਾ, ਤੁਹਾਨੂੰ ਵੀ ਤੇ ਢਿੱਲੋਂ ਸਾਹਿਬ ਨੂੰ ਵੀ, ਨਿੱਜੀ ਟਿੱਪਣੀ ਆਪਾਂ ਨਾ ਕਰੀਏ, ਚਿੱਠੀ ਤੇ ਰੱਖੀਏ ਫੋਕਸ ਆਪਾਂ ਜ਼ਿਆਦਾ, ਚਿੱਠੀ ਵਾਲੇ ਮਸਲੇ ਤੇ ਸਰਕਾਰ ਦੇ ਮਸਲਿਆਂ ਤੇ ਰੱਖੀਏ ਫੋਕਸ। ਢਿੱਲੋਂ ਸਾਹਿਬ ਚਿੱਠੀ ਵਾਲੇ ਮਸਲੇ ਤੇ ਤੁਹਾਡਾ ਹੁਣ ਆਖਰੀ ਰਿਐਕਸ਼ਨ ਕੀ ਹੈ? ਡਿਬੇਟ ਦੀ ਸ਼ੁਰੂਆਤ ਤੁਸੀਂ ਕਿਹਾ ਸੀ ਕਿ
ਰਾਜਾ ਵੜਿੰਗ ਕਹਿ ਦੇਵੇ ਮੇਰੇ ਹੱਥ ਖੜਿਆ ਤੇ ਅਸੀਂ ਮੰਗਾ ਮੰਨਣ ਨੂੰ ਤਿਆਰ ਹੈ। ਹੁਣ ਰਾਜੀਨਾਮਾ ਤੁਹਾਡਾ ਹੋ ਗਿਆ, ਇਸ ਮਸਲੇ ਤੇ ਤੁਸੀਂ ਤਿਆਰ ਹੋ? ਕਿਹੜੇ ਮਸਲੇ ਤੇ ਜੀ? ਜਿਹੜੀ ਰਾਜਾ ਵੜਿੰਗ ਦੀ ਚਿੱਠੀ ਸੁਖਬੀਰ ਸਿੰਘ ਬਾਦਲ ਨੂੰ ਹੈ, ਉਹ ਚਿੱਠੀ ਰਾਜਾ ਵੜਿੰਗ ਕਹਿੰਦੇ ਮੈਂ ਤੁਹਾਨੂੰ ਵੀ ਲਿਖ ਦਿੰਦਾ, ਤੇ ਉਹਨਾਂ ਨੇ ਔਨ 에ਅਰ ਇਹ ਗੱਲ ਕਹਿ ਦਿੱਤੀ, ਔਨ ਦਾ ਰਿਕਾਰਡ ਵੀ ਕੈਮਰੇ ਤੇ। ਨਾ ਮੈਂ ਬਿਲਕੁਲ ਇਹਨਾਂ ਨੂੰ ਚਿੱਠੀ ਨਹੀਂ ਲਿਖਾਂਗਾ। ਮੇਰਾ ਸੁਖਬੀਰ ਸਿੰਘ ਬਾਦਲ ਨੂੰ ਮੈਂ ਸਵਾਲ ਕੀਤਾ, ਇਹਨਾਂ ਨੂੰ ਕਹੋ ਵੀ ਇਹਨਾਂ ਦੀ ਇੱਕ 1 to 1 ਹੈ, ਕਹਿੰਦੇ ਮੈਂ ਹੁਣੇ ਲਾਈਨ ਤੇ ਲੈਣਾ, ਲਾਈਨ ਤੇ ਕੀ ਲੈ ਦਿੰਦੇ, ਉਹਨਾਂ ਤੋਂ ਟਵੀਟ ਕਰਾ ਦਿਓ, ਲਿਖ ਕੇ ਭੇਜ ਦਿਓ ਕਿ ਆਈ ਐਮ ਰੈਡੀ ਫॉर ਐਵਰੀਥਿੰਗ। ਗੱਲ ਖਤਮ ਹੋ ਗਈ। ਅਗੇ ਖਾਜੇ ਦਾ ਗਵਾਹ ਜਿਹੜੀ ਮੇਰੀ ਗੱਲ ਸੀ ਤੁਹਾਨੂੰ ਉਹ ਨਹੀਂ ਚੰਗੀ ਲੱਗੀ ਜਿਹੜੀਆਂ ਮੈਂ ਇਦਾਂ ਸੁਖਬੀਰ ਸਿੰਘ ਬਾਦਲ ਤਾਂ ਸੈਨੀਟਾਈਜ਼ਰ ਵੰਡੀ ਜਾਂਦਾ। ਕੈਪਟਨ ਸਾਹਿਬ ਦੇ ਹੱਥ ਖੜੇ ਕਰਾਓ ਜੀ। ਲੈ ਹੁਣ ਕੱਲ ਨੂੰ ਕਹਿਣਗੇ ਕੈਪਟਨ ਸਾਹਿਬ ਦੀ ਲੱਤ ਖੜੀ ਕਰਾਓ, ਉਹ ਤਾਂ ਕਰਨੀ ਨਹੀਂ ਉਹਨੇ। ਚਲੋ ਢਿੱਲੋਂ ਸਾਹਿਬ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੁਖਬੀਰ ਸਿੰਘ ਬਾਦਲ ਨਿਬੜ ਲੈਣਗੇ। ਤੁਸੀਂ ਆਪਣੇ ਹਲਕੇ ਦੇ ਵਿਧਾਇਕ ਦੀ ਗੱਲ ਕਰੋ। ਹੁਣ ਤੁਸੀਂ ਹੁਣ ਹਲਕੇ ਦੇ ਵਿਧਾਇਕ ਦੀ ਗੱਲ ਕਰੋ। ਤੁਸੀਂ ਰਾਜੇ ਵੜਿੰਗ ਹੱਥ ਖੜੇ ਕਰੋ। ਤੁਸੀਂ ਰਾਜੇ ਵੜਿੰਗ ਦੀ ਗੱਲ ਨਾਲ ਸਹਿਮਤ ਹੋ? ਸੁਣੋ ਰਮਨ ਜੀ, ਨਿੱਕੇ ਹੁੰਦੇ ਨਾ ਪਿੰਡਾਂ ਦੇ ਵਿੱਚ ਜਦੋਂ ਕੋਈ ਗੱਲ ਨਹੀਂ ਆਉਂਦੀ ਸੀ, ਅਗਲਾ ਕਹਿੰਦਾ ਯਾਰ ਤੂੰ ਹੱਥ ਖੜੇ ਕਰ ਦੇ, ਮੈਂ ਤੇਰੀ ਲੱਤ ਥੱਲੇ ਟੱਪ ਜੂੰਗਾ। ਇਹ ਉਹ ਨਿੱਕੇ ਜਵਾਕ ਗੱਲ ਕਰਦੇ ਹੁੰਦੇ ਇਹੋ ਜੀ, ਹੱਥ ਖੜੇ ਕਰ ਦਿਓ। ਮੈਂ ਕਿਹਾ ਸੁਖਬੀਰ ਸਿੰਘ ਬਾਦਲ ਮੇਰੀ ਚਿੱਠੀ ਦਾ ਜਵਾਬ ਦੇ ਦੇਣ। ਹੀ ਇਜ਼ ਦਾ ਡਿਪਟੀ ਚੀਫ ਮਿਨਿਸਟਰ ਰਹੇ ਹੈ, ਉਹਨਾਂ ਨੂੰ ਚਿੱਠੀ ਪੜ੍ਹ ਲਈ ਹੋਣੀ ਹੈ। ਇਹੀ ਗੱਲ ਮੈਂ ਤਿਆਰ ਹੈ। ਮੈਂ ਜ਼ਿੰਮੇਵਾਰੀ ਗਾਂ ਵਿਚਾਲ ਦੇ ਬੰਦੇ ਦੀ ਕਿੱਧਰ ਲਈ ਲਵਾਂ? ਉਹ ਆਪ ਦੀ ਜ਼ਿੰਮੇਵਾਰੀ ਦੇਣ ਲਈ ਤਿਆਰ ਨਹੀਂ ਕਿ ਮੈਂ ਗਿੱਦੜਬਾਦ ਚੋਂ ਮਾਈਗ੍ਰੈਂਟ ਲੇਬਰ ਛੱਡਿਆ ਆਊਂਗਾ ਬੱਸਾਂ ਤੇ। ਉਹ ਕਹਿੰਦੇ ਫਿਰ ਮੇਰੇ ਤੇ ਢਿੱਲੋਂ ਸਾਹਿਬ ਤੁਸੀਂ ਵੀ ਢਿੱਲੋਂ ਸਾਹਿਬ ਸੁਖਬੀਰ ਸਿੰਘ ਬਾਦਲ ਤੋਂ ਤੁਸੀਂ ਵੀ ਇੱਕ ਚਿੱਠੀ ਕੈਪਟਨ ਸਾਹਿਬ ਨੂੰ ਪਾ ਦਿਓ। ਰਾਜਾ ਵੜਿੰਗ ਨੇ, ਮੇਰੀ ਬੇਨਤੀ ਸੁਣੋ, ਰਾਜਾ ਵੜਿੰਗ ਨੇ ਗਿੱਦੜਵੇ ਹਲਕੇ ਚੋਂ ਹੱਥ ਖੜੇ ਕਰਤੇ। 5 ਮਿੰਟਾਂ ਨੂੰ ਮੇਰੀਆਂ ਬੱਸਾਂ ਤੁਹਾਡੀ ਧਰਮਸ਼ਾਲਾ ਦੇ ਵਿੱਚ ਖੜੀਆਂ ਹੋਣਗੀਆਂ। ਗਿੱਦੜਵੇ ਹਲਕੇ ਦੀ ਜਿੰਨੀ ਮਾਈਗ੍ਰੈਂਟ ਹੋਗੀ, ਜਦੋਂ ਬੰਦਿਆਂ ਨੇ ਹੱਥ ਹੀ ਖੜੇ ਕਰਤੇ ਐਮਐਲਏ ਬਣ ਕੇ, ਮੇਰਾ ਪਤਾ ਨਹੀਂ ਜਿੰਨਾ ਮੈਂ ਕਹਿੰਦਾ ਬਾਈ, ਮੈਂ ਹੱਥ ਉਹ ਭਰਾ ਮੇਰੇ ਆਦਰਨੀय ਡਿੰਪੀ ਢਿੱਲੋਂ ਸਾਹਿਬ, ਮੈਂ ਹੱਥ ਖੜੇ ਤਾਂ ਜ਼ਿੰਦਗੀ 'ਚ ਡਿੰਪੀ ਢਿੱਲੋਂ ਕੋਲੇ ਕੀ ਕਰਨੇ ਆ, ਮੈਂ ਤਾਂ ਬਾਦਲਾਂ ਕੋਲੇ ਨਹੀਂ ਹੱਥ ਖੜੇ ਕਰਦਾ। ਮੈਂ ਤਾਂ ਖੜੇ ਕਰਾਉਣਾ ਦੂਜਿਆਂ ਦੇ। ਪਰ ਮੈਂ ਤੁਹਾਡਾ ਦਿਲ ਵੇਖਦਾ ਵੀ ਕਿੰਨੀਆਂ ਕੁ ਬੱਸਾਂ ਅਖੇ ਹੱਥ ਖੜੇ ਕਰਕੇ ਬੱਸ ਲੈਣੀ ਹੈ। ਮੈਂ ਤਾਂ ਦਿਲ ਵੇਖਦਾ, ਮੈਂ ਜਦੋਂ ਰਿਹਾ ਮੈਂ ਹੱਥ ਖੜੇ ਕਰਾਏ ਆ, ਮੈਂ ਹੱਥ ਖੜੇ ਨਹੀਂ ਕੀਤੇ ਕਦੇ ਵੀ। ਉਹ ਤਾਂ ਆਪਣੀ ਸੁਭਾਅਕੀ ਗੱਲ ਹੋ ਰਹੀ ਹੈ ਕਿ ਆਪਾਂ ਭਰਾ ਮੇਰੇ ਉਹਨੂੰ ਨਿੱਜੀ ਨਾ ਲਾਓ। ਢਿੱਲੋਂ ਸਾਹਿਬ ਚ ਵੱਡੇ ਹੋ, ਉਹ ਇੱਕ ਸੁਭਾਅਕੀ ਤੁਸੀਂ ਸ਼ਰਤ ਰੱਖੀ ਸੀ ਵੀ ਤੁਸੀਂ ਹੱਥ ਖੜੇ ਕਰ ਦਿਓ ਤੇ ਮੈਂ ਬੱਸਾਂ ਭੇਜ ਦਿੰਦਾ। ਹੁਣ ਜਿਹੜੇ ਹੁਣ ਦੀ ਡਿਬੇਟ 'ਚ ਹੱਥ ਖੜੇ ਹੋਏ ਆ ਉਹਨਾਂ ਨੂੰ ਤੁਸੀਂ ਪ੍ਰਵਾਨ ਕਰਦੇ ਹੋ? ਪਰ ਮੇਰੇ ਕਹਿਣ ਦਾ ਮਤਲਬ ਹੈ 2 ਵਾਰੀ ਗਿੱਦੜਵੇ ਵੀ ਕਰਾਏ, ਤੀਜੀ ਵਾਰੀ 22 'ਚ ਲੜਾਂਗੇ। ਮੇਰੇ ਢਿੱਲੋਂ ਸਾਹਿਬ ਮਤਲਬ ਇਹ ਆ ਢਿੱਲੋਂ ਸਾਹਿਬ, ਜੇ ਤੁਸੀਂ ਕਹੋ ਵੀ ਰਾਜਾ ਵੜਿੰਗ ਸਾਹਿਬ, ਢਿੱਲੋਂ ਸਾਹਿਬ ਰਾਜੇ ਵੜਿੰਗ ਸਾਹਿਬ ਪ੍ਰਵਾਨ ਕਰ ਗਿਆ ਤੁਹਾਡੀ ਮੰਗ ਕਿ ਸਾਰੀ ਮਾਈਗ੍ਰੈਂਟ ਲੇਬਰ ਕੱਲਾ ਛੱਡਿਆਊਗਾ ਜ਼ਿਲ੍ਹੇ ਦੀ ਕੱਲਾ। ਵੜਿੰਗ ਸਾਹਿਬ ਤੁਹਾਡੀ ਮੰਗ ਪ੍ਰਵਾਨ ਕਰ ਲਈ ਹੈ ਢਿੱਲੋਂ ਸਾਹਿਬ ਨੇ। ਹੁਣ ਤੁਸੀਂ ਦੱਸੋ ਵੀ ਤੁਸੀਂ ਕੋਆਰਡੀਨੇਟ ਕਿਵੇਂ ਕਰੋਗੇ? ਗਿੱਦੜਵੇ ਹਲਕੇ ਦੇ ਤੁਸੀਂ ਐਮਐਲਏ ਹੋ, ਮੈਂ ਤੁਹਾਡਾ ਵਿਰੋਧੀ ਹਾਂ। ਗਿੱਦੜਵੇ ਹਲਕੇ ਤੋਂ ਜਿੰਨੇ ਵੀ ਮਾਈਗ੍ਰੇਟ ਜਾਣਗੇ ਮੈਂ ਬੈਠਾ। ਲਓ ਜੀ, ਬਹੁਤ ਚੰਗੀ ਗੱਲ ਹੈ। ਵੜਿੰਗ ਸਾਹਿਬ ਧੰਨਵਾਦ ਤੁਹਾਨੂੰ ਤੁਹਾਡਾ ਧੰਨਵਾਦ ਕਰੂੰਗਾ, ਚਿੱਠੀ ਲਿਖ ਕੇ ਧੰਨਵਾਦ ਕਰੂੰਗਾ ਜੇ ਯੋਗਦਾਨ ਪਾਇਆ। ਅਜੇ ਤੱਕ ਪਾਇਆ ਨਹੀਂ, ਪਰ ਜੇ ਤੁਸੀਂ ਪਾਇਆ, ਔਰ ਬਾਦਲ ਸਾਹਿਬ ਨੂੰ ਦਾ ਵੀ ਧੰਨਵਾਦ ਕਰੂੰਗਾ ਜੇ ਤੁਸੀਂ ਬੱਸਾਂ ਸਾਰੇ ਲੋਕਾਂ ਨੇ ਭੇਜੀਆਂ। ਮੈਂ ਤੜਕੇ ਹੀ ਤੁਹਾਨੂੰ ਅਸੀਂ ਡੇਟਾ ਤੇ ਇੰਨੀਆਂ ਬੱਸਾਂ ਚਾਹੀਦੀਆਂ, ਉਹ ਤੁਹਾਨੂੰ ਇੱਕ ਅਫੀਸ਼ੀਅਲੀ ਲੈਟਰ ਐਸਡੀਐਮ ਜਾਂ ਡੀਸੀ ਤੋਂ ਕਢਾਵਾਂਗੇ। ਗਿੱਦੜਵੇ ਹਲਕੇ ਤੋਂ ਸਾਨੂੰ ਡਾਕੂਮੈਂਟ ਬਣਾ ਕੇ ਦੇ ਦਿਓ। ਗਿੱਦੜਵੇ ਹਲਕੇ ਤੋਂ ਗਿੱਦੜਵਾ ਹਲਕਾ ਕਿ ਜ਼ਿਲ੍ਹਾ ਮੁਕਤਸਰ ਕੇ ਗਿੱਦੜਵਾ ਹਲਕਾ ਤੁਸੀਂ ਬਾਦਲ ਸਾਹਿਬ ਦੀ ਜ਼ਿੰਮੇਵਾਰੀ ਲੈ ਲਈ ਨਾ ਵੀ ਮੈਂ ਉਹਨਾਂ ਦੇ ਬਿਹਾਫ ਤੇ ਵੀ ਕਹਿ ਦੂੰਗਾ। ਉਹਨਾਂ ਦਾ ਜ਼ਿਲ੍ਹਾ ਹੈ, 40 ਮੁਕਤਿਆਂ ਦੀ ਧਰਤੀ ਹੈ। ਇਹ ਤਾਂ ਗਿੱਦੜਵੇ ਦੀ ਤੁਸੀਂ ਲੈ ਲਓ ਤੇ ਬਾਕੀ ਮਲੋਟ ਮੁਕਤਸਰ ਦੀ ਆਪਣੇ ਬਾਦਲ ਸਾਹਿਬ। ਚਲੋ ਤੁਸੀਂ ਵੀ ਵੜਿੰਗ ਸਾਹਿਬ ਥੋੜੀ ਜਿਹੀ ਰਿਆਇਤ ਤੁਸੀਂ ਵੀ ਕਰ ਦਿਓ। ਤੁਸੀਂ ਡਿੰਪੀ ਢਿੱਲੋਂ ਹਲਕਾ ਇੰਚਾਰਜ ਨੇ ਉੱਥੋਂ ਅਕਾਲੀ ਦਲ ਦੇ, ਤੁਸੀਂ ਹਲਕੇ ਤੇ ਆ ਜਾਓ। ਰਮਨ ਰਾਜੇ ਵੜਿੰਗ ਦਾ ਹੱਥ ਹੀ ਖੜਾ ਕਰਾਉਣਾ ਜਿਹਨੇ ਲੋਕਾਂ ਦੇ ਹੱਥ ਖੜੇ ਕਰਾਏ ਹੈ, ਤੇ ਫਿਰ ਹੁਣ ਜ਼ਿਲ੍ਹੇ ਦੀ ਜ਼ਿੰਮੇਵਾਰੀ ਤਾਂ ਚੱਕਣ 5 ਵਾਰੀ ਮੁੱਖ ਮੰਤਰੀ ਰਹੇ ਹੈ। ਇਹ ਆਪਦੇ ਗਿੱਦੜਵੇ ਦੀ ਚੱਕ ਲੈਣ। ਡਿੰਪੀ ਢਿੱਲੋਂ ਤੁਸੀਂ ਡਿੰਪੀ ਢਿੱਲੋਂ ਤੇ ਸੁਖਬੀਰ ਜੀ ਨਾਲ ਦੀ ਗੱਲ ਕਰੋ ਨਾ, ਹਲਕਾ ਇੰਚਾਰਜ ਨੇ ਸੁਖਬੀਰ ਜੀ ਨਾਲ ਕਹਿੰਦੇ ਮੈਂ ਗਿੱਦੜਵਾ ਦੀ ਜ਼ਿੰਮੇਵਾਰੀ ਚੱਕਦਾ। ਸੁਖਬੀਰ ਜੀ ਨੂੰ ਪੁੱਛ ਲਓ ਜ਼ਿਲ੍ਹੇ ਵਾਸਤੇ ਵੀ। ਕੈਪਟਨ ਸਾਹਿਬ ਤੋਂ ਹੱਥ ਖੜੇ, ਤੁਸੀਂ ਕੈਪਟਨ ਸਾਹਿਬ ਤੋਂ ਹੱਥ ਖੜੇ ਕਰਾਓ, ਅਸੀਂ ਸਾਰੇ ਪੰਜਾਬ ਦੀ ਚੱਕ ਲਾਂਗੇ। ਯਾਰ ਕਿਹੜਾ ਡਿਸਟ੍ਰਿਕਟ ਮੁਕਤਸਰ? ਯਾਰ ਮੈਂ ਕਿਹਾ ਸੁਖਬੀਰ ਤੋਂ ਹੱਥ ਖੜੇ ਕਰਾਓ। ਲੈ ਮੈਂ ਕਹਿਣਾ ਸੁਖਬੀਰ ਤੋਂ ਹੱਥ ਖੜੇ ਕਰਾਓ, ਮੈਂ ਕਰ ਦੂੰ। ਮੈਂ ਸੁਖਬੀਰ ਜੀ ਤੋਂ ਕਿਹਾ ਹੱਥ ਖੜੇ ਕਰਾਓ। ਤੁਸੀਂ ਐਵੇਂ ਕੈਪਟਨ ਤੋਂ ਮੈਂ ਸੁਖਬੀਰ ਜੀ ਕਹਿ ਰਹੇ ਹਾਂ। ਮੈਂ ਇਹ ਕਹਿ ਰਿਹਾ ਕਿ ਤੁਸੀਂ ਕਿਹਾ ਵੀ ਲਾਈਨ ਤੇ ਮੈਂ ਲਿਆਉਣਾ ਹੁਣੇ, ਤੇ ਜੇ ਤੁਸੀਂ ਕਿਰਪਾ ਕਰਕੇ ਗਿੱਦੜਵੇ ਵਾਸਤੇ ਤੁਸੀਂ ਦਿਓਗੇ ਤੇ ਵੜਿੰਗ ਸਾਹਿਬ ਤੁਸੀਂ ਗਿੱਦੜਵਾ ਵਾਲੀ ਮੰਗ ਪ੍ਰਵਾਨ ਕਰੋ। ਗਿੱਦੜਵਾ ਵਾਲੀ ਮੰਗ ਪ੍ਰਵਾਨ ਕਰੋ ਕਿਉਂਕਿ ਵਿੱਤੀ ਹਾਲਾਤ ਪੰਜਾਬ ਦੇ ਬੜੇ ਮਾੜੇ ਆ।
ਤਾਂ ਡਿੰਪੀ ਢਿੱਲੋਂ ਤੁਹਾਨੂੰ ਸਹਿਯੋਗ ਦੇ ਰਿਹਾ, ਤਾਂ ਤੁਸੀਂ ਇਹਨਾਂ ਦਾ ਇੱਕ ਵਾਰ ਫਿਰ ਧੰਨਵਾਦ ਕਰ ਦਿਓ। ਗੱਲ ਹੀ ਕੋਈ ਨਹੀਂ। ਮੈਂ ਤਾਂ ਧੰਨਵਾਦੀ ਇਹਨਾਂ ਦਾ। ਇਹਨਾਂ ਨੇ ਸਾਰਾ ਇਹਨਾਂ ਨੇ ਸਾਰਾ ਉੱਥੇ ਮਾਸਕ ਵੰਡੇ, ਇਹਨਾਂ ਨੇ ਸੈਨੀਟਾਈਜ਼ਰ ਵੰਡਾ। ਮੈਂ ਤਾਂ ਡਿੰਪੀ ਬਾਈ ਦਾ ਬਹੁਤ ਧੰਨਵਾਦੀ ਹਾਂ, ਬੜੀ ਸੇਵਾ ਕੀਤੀ, ਬੜੇ ਲੰਗਰ ਲਾਏ, ਬੜਾ ਸਮਾਨ ਵੰਡਿਆ ਇਹਨਾਂ ਨੇ। ਸੁਖਬੀਰ ਬਾਦਲ ਜੀ ਦਾ ਧੰਨਵਾਦੀ ਹਾਂ, ਉਹ ਵੀ ਸੈਨੀਟਾਈਜ਼ਰ ਵੰਡ ਕੇ ਡੱਬਾ ਆਪਦੇ ਐਮਐਲਏ ਨੂੰ ਦੇ ਗਏ, ਕਿਸੇ ਆਮ ਬੰਦੇ ਨੂੰ ਨਹੀਂ ਨੇੜੇ ਆ। ਮੈਂ ਮੈਡਮ ਦਾ ਧੰਨਵਾਦੀ ਹਾਂ, ਉਹਨਾਂ ਨੇ ਸੈਨੀਟਾਈਜ਼ਰ ਆਪਦੇ ਘਰ ਤੋਂ ਬਾਹਰ ਨਿਕਲਦਿਆਂ ਸਾਰ ਉਹ ਜਿਹੜੀ ਨੰਨੀ ਸ਼ਾਹ ਤੋਂ ਸਵਾਏ ਸੀਗੇ, ਸਟਿਚ ਕਰਾਏ ਸੀ, ਉਹ ਉਹਦੇ ਤੇ ਆਪਦੇ ਇੰਪੋਰਟਡ ਚੜਿਆ ਇਹਨਾਂ ਨੇ, ਉਹਨਾਂ ਨੂੰ ਉਹ ਦੇਤਾ। ਮੈਂ ਤਾਂ ਧੰਨਵਾਦੀ ਹਾਂ। ਦੁਬਾਰਾ ਫੇਰ ਮੈਂ ਜਗਬਾਣੀ ਤੇ ਰਹੀ ਮੈਡਮ ਹਰਸਿਮਰਤ ਕੌਰ ਬਾਦਲ ਦਾ ਸੈਨੀਟਾਈਜ਼ਰ ਵੰਡਣ ਵਾਸਤੇ, ਮਾਸਕ ਵੰਡਣ ਵਾਸਤੇ, ਮੇਰੇ ਭਰਾ ਦਾ ਮਾਸਕ ਵੰਡਣ ਵਾਸਤੇ ਤੇ ਹੋਰ ਚੀਜ਼ਾਂ ਵੰਡਣ ਵਾਸਤੇ ਮੈਂ ਧੰਨਵਾਦੀ ਹਾਂ। ਅੱਜ ਬੱਸਾਂ ਵਾਸਤੇ ਵੀ ਕਰ ਦਿੰਦਾ। ਮੈਂ ਵੀ ਚਾਹੁੰਦਾ ਮੈਂ ਪੁੱਛ ਲੈਣ ਵੀ ਬੱਸਾਂ ਦੇ ਦਿਓਗੇ ਜ਼ਿਲ੍ਹੇ ਵਾਸਤੇ, ਇਹ ਨਾ ਹੁਣ ਵੀ ਇਹਨਾਂ ਨੂੰ ਵੀ ਭਜਾ ਦੇਣ। ਉਹ ਸਾਡੀ ਸੰਗਤ ਨੇ ਤੁਹਾਨੂੰ 2 ਵਾਰੀ ਐਮਐਲਏ ਬਣਾਇਆ, ਕੋਈ ਤੁਸੀਂ ਵੀ ਦਸਵੰਧ ਕੱਢ ਦਿਓ ਮਾੜਾ ਜਿਹਾ ਐਮਐਲਏ ਸਾਹਿਬ, ਕੋਈ ਆਪਦੀ ਤੀਜੀ ਵਾਰੀ ਵੀ ਬਣੂਗਾ। ਚਲੋ ਪਰਮਾਤਮਾ ਕਰੇ ਤੁਹਾਨੂੰ ਬਣਾਵੇ, ਪਰ ਮਾੜਾ ਮੋਟਾ ਦਸਵੰਧ ਤਾਂ ਪਾਓ। ਮੇਰੇ ਬੰਦੇ ਦੱਸਣ ਤੁਹਾਨੂੰ ਥੋੜੀ ਵੜਿੰਗ ਸਾਹਿਬ ਵੇਖੋ, ਮੇਰੀ ਇੱਕ ਗੱਲ ਸੁਣੋ ਵੜਿੰਗ ਸਾਹਿਬ, ਡਿੰਪੀ ਢਿੱਲੋਂ ਨੇ ਤੁਹਾਡੀ ਮੰਗ ਪ੍ਰਵਾਨ ਕੀਤੀ ਹੈ, ਹੁਣ ਤੁਸੀਂ ਵੀ ਢਿੱਲੋਂ ਸਾਹਿਬ ਦੀ ਮੰਗ ਪ੍ਰਵਾਨ ਕਰ ਲਓ। ਹੋਰ ਰਮਨ ਜੀ, ਮੈਂ ਕਿਹਾ ਤੁਸੀਂ ਹੁਣ ਢਿੱਲੋਂ ਸਾਹਿਬ ਦੀ ਮੰਗ ਪ੍ਰਵਾਨ ਕਰ ਲਓ। ਕਹਿੰਦੇ ਵੀ ਰਾਜਾ ਵੜਿੰਗ ਆਪਦੇ ਨਿੱਜੀ ਖਾਤੇ ਚੋਂ ਥੋੜੀ ਬਹੁਤੀ ਮਾਇਆ ਦਾਨ ਕਰ ਦੇਣ। ਮੈਂ ਆਪਦੇ ਖਾਤੇ ਚੋਂ ਮੈਂ ਮਾਇਆ ਦਾਨ ਵੀ ਕਰਾਂਗਾ, ਔਰ ਅਖੀਰ ਤੇ ਜਦੋਂ ਰਿਕਾਰਡ ਫਰੋਲਾਂਗੇ ਮੇਰੀ ਮਾਇਆ ਵੱਧ ਦਾਨ ਸੁਖਬੀਰ ਸਿੰਘ ਬਾਦਲ ਤੋਂ ਆਊਗੀ। ਮੇਰੀ ਮਾਇਆ ਜਿੱਦੇ ਕੋਵਿਡ ਅਨਾਉਂਸ ਕਰ ਦਿਓ ਬਣਾ ਦੀ, ਜਦੋਂ ਸੁਖਬੀਰ ਸਿੰਘ ਬਾਦਲ ਦੇ ਅਫੀਸ਼ੀਅਲ ਖਾਤੇ ਤੋਂ ਮੇਰੀ ਅਫੀਸ਼ੀਅਲ ਖਾਤੇ ਦੀ ਨੰਬਰ ਜ਼ਿਆਦਾ ਵੱਡਾ ਹੋਊਗਾ। ਹਾਲਾਂਕਿ ਆਮ ਬੰਦਾ ਮੈਂ ਪ੍ਰਾਈਵੇਟ ਕਹਿਣਾ ਜੀ, ਮੈਂ ਆਫੀਸ਼ੀਅਲ ਨਹੀਂ ਕਹਿ ਰਿਹਾ, ਮੈਂ ਪ੍ਰਾਈਵੇਟ ਕਹਿ ਰਿਹਾ ਵੜਿੰਗ ਸਾਹਿਬ, ਨਿੱਜੀ ਖਾਤੇ ਚੋਂ। ਮੈਂ ਤਾਂ ਨਾ ਨਿੱਜੀ ਖਾਤਾ ਕਹਿ ਰਿਹਾ ਨਹੀਂ, ਮੈਂ ਪ੍ਰਾਈਵੇਟ ਅਫੀਸ਼ੀਅਲੀ ਖਾਤੇ ਚੋਂ ਵੀ। ਮੈਂ ਕਿਹਾ ਪ੍ਰਾਈਵੇਟ ਅਫੀਸ਼ੀਅਲ ਦਾ ਤਾਂ ਪ੍ਰਾਈਵੇਟ ਦਾ ਤਾਂ ਪਤਾ ਨਹੀਂ ਨਾ ਲੱਗਣਾ। ਤੁਸੀਂ ਕਹਿਣਾ 10 ਕਰੋੜ ਲਾਤਾ ਸੁਖਬੀਰ ਨੇ। ਨਹੀਂ ਕੋਈ ਗੱਲ ਨਹੀਂ, ਤੁਸੀਂ ਲਾਓ ਨਾ ਜੀ, ਤੁਸੀਂ ਲਾਓ। ਅਫੀਸ਼ੀਅਲ ਖਾਤੇ ਚੋਂ ਸੁਖਬੀਰ ਬਾਦਲ ਤੋਂ ਦਾਨੀਆਂ 'ਚ ਮੇਰਾ ਨੰਬਰ ਵੱਡਾ ਹੋਏਗਾ। ਅਸੀਂ ਚਾਹੁੰਦੇ ਆ ਵੀ ਤੁਹਾਡਾ ਨਾਂ ਵੱਡਾ ਹੋਵੇ। ਹੱਥ ਬੰਨ ਕੇ ਬੇਨਤੀ ਕਰਦੇ ਨਾ ਨਹੀਂ, ਨੰਬਰ, ਅਮਾਉਂਟ ਨੰਬਰ ਤੇ ਦੱਸੋ ਤਾਂ ਸਹੀ। ਚਲੋ ਮੈਂ ਉਮੀਦ ਕਰਦਾ ਢਿੱਲੋਂ ਸਾਹਿਬ, ਬੜਾ ਮੋਟਾ ਸੋਢੀ ਸਾਹਿਬ, ਮੈਂ ਉਮੀਦ ਕਰਦਾ ਢਿੱਲੋਂ ਸਾਹਿਬ ਤੁਸੀਂ ਵੀ ਸੁਖਬੀਰ ਸਿੰਘ ਬਾਦਲ ਤੋਂ ਅੰਕੜੇ ਨਸ਼ਰ ਕਰਵਾਓਗੇ ਤੇ ਰਾਜਾ ਵੜਿੰਗ ਵੀ ਇਹ ਵਾਅਦਾ ਕਰਕੇ ਜਾਣਗੇ ਕਿ ਇਹ ਵੀ ਆਪਣੇ ਵੱਲੋਂ ਦਾਨ ਕੀਤੀ ਨਿੱਜੀ ਰਕਮ ਜਿਹੜੀ ਆ ਉਹ ਜ਼ਰੂਰ ਨਸ਼ਰ ਕਰਨਗੇ। ਹਾਂਜੀ ਪੁੱਛ ਲਓ ਇਹਨਾਂ ਨੂੰ ਵੀ ਕਿੰਨਾ ਕਰਨਗੇ। ਰਮਨ ਜੀ ਮੈਂ ਇਹ ਪੁੱਛਣਾ ਚਾਹੁੰਦਾ, ਅੱਜ ਤਰੀਕ ਹੈ ਇਹਨਾਂ ਦੀ 1 to 1 ਉਹਨਾਂ ਦੇ ਨਾਲ ਹੈ, ਕਿਰਪਾ ਕਰਕੇ ਦੱਸਣਗੇ ਹਰਸਿਮਰਤ ਤੇ ਸੁਖਬੀਰ ਸਿੰਘ ਬਾਦਲ ਨੇ ਹੁਣ ਤੱਕ ਆਪਦੇ ਅਕਾਊਂਟ 'ਚੋਂ ਕਿੰਨੇ ਪੈਸੇ ਦਾਨ ਵਾਸਤੇ ਲਾਏ ਹੈ। ਵੜਿੰਗ ਸਾਹਿਬ ਮੈਂ ਵੀ ਅੱਜ ਦਾ ਅੰਕੜਾ ਦੇ ਸਕਦਾ, ਕੱਲ ਨੂੰ ਤੁਹਾਨੂੰ ਲਾਈਵ ਉਹਦੇ ਤੇ ਪਾ ਦੂੰਗਾ ਆਪਦੇ ਬੈਂਕ ਦੀ ਸਟੇਟਮੈਂਟ। ਪੁੱਛੋ ਇਹਨਾਂ ਨੂੰ, ਉਹਨਾਂ ਨੂੰ ਪੁੱਛ ਲਓ। ਤੁਹਾਨੂੰ ਪੁੱਛ ਸਕਦਾ ਨਹੀਂ ਵੀ ਤੁਸੀਂ ਕਿੰਨੇ ਲਾ ਰਹੇ ਹੋ। ਅੱਜ ਤਰੀਕ ਇੰਨੀ ਹੈ, ਸਵੇਰ ਤੱਕ ਹਰਸਿਮਰਤ ਕੌਰ ਤੇ ਸੁਖਬੀਰ ਸਿੰਘ ਬਾਦਲ ਦੇ ਅਕਾਊਂਟ ਚੋਂ ਅੱਜ 1.5 ਮਹੀਨਾ ਹੋ ਗਿਆ ਕਰੋਨਾ ਚੱਲਦੇ ਨੂੰ, ਕਿੰਨੇ ਪੈਸੇ ਦਾਨ ਦਿੱਤੇ ਹੈ ਆਫੀਸ਼ੀਅਲੀ ਅਕਾਊਂਟ ਚੋਂ। ਮੇਰਾ ਨੰਬਰ ਅੱਜ ਵੀ ਵੱਡਾ ਹੀ ਹੋਊਗਾ। ਉਹ ਸਾਬਕਾ ਮੁੱਖ ਮੰਤਰੀ ਨੇ, ਵੈਸੇ ਵੜਿੰਗ ਸਾਹਿਬ ਤੇ ਕੈਪਟਨ ਸਾਹਿਬ ਮੌਜੂਦਾ ਮੁੱਖ ਮੰਤਰੀ ਨੇ, ਤੁਹਾਨੂੰ ਲੱਗਦਾ ਵੀ ਕੈਪਟਨ ਸਾਹਿਬ ਨੂੰ ਵੀ ਨਿੱਜੀ ਖਾਤੇ 'ਚ ਥੋੜੀ ਬਹੁਤੀ ਮਾਇਆ ਮੁੱਖ ਮੰਤਰੀ ਸੇਵਾ ਨਹੀਂ ਕਰਦੇ, ਦਾਨ ਕਰਨੀ ਚਾਹੀਦੀ ਹੈ? ਸਾਬਕਾ ਮੁੱਖ ਮੰਤਰੀ ਦਾਨ ਨਹੀਂ ਕਰਦੇ, ਪਰ ਮੌਜੂਦਾ ਵੀ ਤਾਂ ਕਰਨਾ। ਮੈਂ ਇਹਨਾਂ ਨੂੰ ਇਹ ਬੇਨਤੀ ਕਰਦਾ, ਇਹ ਵਾਰੀ-ਵਾਰੀ ਇਹ ਕਹਿ ਰਹੇ ਆ ਵੀ ਉਹ ਮੁੱਖ ਮੰਤਰੀ ਰਹੇ ਆ, ਮੁੱਖ ਮੰਤਰੀ 5 ਵਾਰ ਰਹੇ ਆ ਤੇ ਵੜਿੰਗ ਨਹੀਂ ਹੁਣ ਯਾਰ ਵਾਰੀ-ਵਾਰੀ ਗੱਲ ਮੁੱਦੇ ਦੀ ਹੁੰਦੀ ਹੈ। ਤੁਸੀਂ ਕਿਹਾ ਰਾਜਾ ਵੜਿੰਗ ਪਾਣੀ ਦਾ ਗਲਾਸ ਵੱਡਾ ਰੁਤਬਾ ਰਿਹਾ ਇਹਨਾਂ ਕੋਲੇ, ਬਾਦਲ ਪਿੰਡ ਤਾਂ ਮੈਂ ਜਾ ਕੇ ਆਇਆ, ਮਰਜ਼ੀ ਦਾਨ ਕਰ ਸਕਦੇ ਆ। ਤੁਸੀਂ ਕਿਹਾ ਰਾਜਾ ਵੜਿੰਗ ਪਾਣੀ ਦਾ ਗਲਾਸ ਫੜਾ ਦਿੰਦਾ ਹੈ। ਚੰਨੂ ਪਿੰਡ ਮੈਂ ਜਾ ਕੇ ਆਇਆ, ਤੁਹਾਡੇ ਪਿੰਡ ਵੀ ਮੈਂ ਜਾ ਕੇ ਆਇਆ, ਮੰਡੀ ਦੇ ਵਿੱਚ ਤੁਸੀਂ ਨਹੀਂ ਗਏ, ਮੈਂ ਜਾ ਕੇ ਆਇਆ। ਦੂਰ ਤੱਕ ਧੁੰਮਾਂ ਪਈਆਂ ਨੇ ਵੜਿੰਗ ਸਾਹਿਬ ਦੀਆਂ। ਚਲੋ ਖੈਰ ਮੈਂ ਇਸ ਸੰਵਾਦ ਨੂੰ, ਮੇਰੀ ਤਨਖਾਹ 25,000 ਹੈ, ਬਾਦਲ ਸਾਹਿਬ ਦੀ ਪੈਨਸ਼ਨ ਘੱਟੋ ਘੱਟ 6 ਲੱਖ ਰੁਪਈਆ ਹੈ। ਪਰਮਾਤਮਾ ਕਰੇ 25 ਹੈ ਜੇ ਤੁਹਾਡੀ। ਮੈਂ ਇਸ ਸੰਵਾਦ ਨੂੰ ਇੱਥੇ ਖਤਮ ਕਰ ਰਿਹਾ। ਔਰ ਮੈਂ ਦੋ ਗੱਲਾਂ ਦੇ ਨਾਲ, ਅੱਜ ਦੀ ਤਰੀਕ ਮੈਂ ਦੋ ਗੱਲਾਂ ਦੇ ਨਾਲ ਜ਼ਿਆਦਾ ਹੋਊਗਾ ਬਾਦਲ ਸਾਹਿਬ ਨਾਲੋਂ। ਅੱਛਾ ਮੇਰਾ ਲਾਸਟ, ਮੈਂ ਦੋ ਗੱਲਾਂ ਦੇ ਨਾਲ ਬਹਿਸ ਨੂੰ ਸਮਾਪਤੀ ਵੱਲ ਲੈ ਕੇ ਜਾਣਾ। ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਵੜਿੰਗ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਮਸਲੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ। ਔਰ ਮੈਂ ਉਮੀਦ ਕਰਦਾ ਹਾਂ ਕਿ ਛੇਤੀ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ
ਅਤੇ ਡਿੰਪੀ ਢਿੱਲੋਂ ਦਾ ਸੰਪਰਕ ਹੋਵੇਗਾ। ਦੋਨੋਂ ਇਸ ਮਸਲੇ ਤੇ ਵਿਚਾਰ ਕਰਕੇ ਬੱਸਾਂ ਵਾਲੇ ਮਸਲੇ ਤੇ ਜਿਹੜੀ ਲੇਬਰ ਹੈ ਉਸ ਨੂੰ ਪੰਜਾਬ ਤੋਂ ਦੂਸਰੇ ਸੂਬਿਆਂ 'ਚ ਲੈ ਕੇ ਜਾਣਗੇ। ਇਸ ਤੋਂ ਇਲਾਵਾ ਰਾਜਾ ਵੜਿੰਗ ਇਹ ਵੀ ਵਾਅਦਾ ਕਰਕੇ ਗਏ ਨੇ ਕਿ ਜਿਹੜਾ ਉਹ ਦਸਵੰਧ ਕੱਢਣਗੇ ਉਸ ਦੇ ਅੰਕੜੇ ਉਹ ਜਨਤਕ ਕਰਨਗੇ ਤੇ ਉਮੀਦ ਕਰਦੇ ਨੇ ਡਿੰਪੀ ਢਿੱਲੋਂ ਹੋਰਾਂ ਤੋਂ ਕਿ ਉਹ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਦਾਨ ਕੀਤੀ ਗਈ ਰਾਸ਼ੀ ਦੇ ਅੰਕੜੇ ਜ਼ਰੂਰ ਨਸ਼ਰ ਕਰਨਗੇ। ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸੰਵਾਦ ਪਸੰਦ ਆਇਆ ਹੋਵੇਗਾ। ਅਸੀਂ ਕੋਸ਼ਿਸ਼ ਕੀਤੀ ਕਿ ਇੱਕ ਪੱਖ ਦੀ ਗੱਲ ਰੱਖਣ ਦੀ ਬਜਾਏ ਕਿਉਂ ਨਾ ਦੋਨਾਂ ਪੱਖਾਂ ਦੀ ਗੱਲ ਕੀਤੀ ਜਾਵੇ, ਕਿਉਂਕਿ ਆਮ ਤੌਰ ਤੇ ਪੱਤਰਕਾਰਾਂ ਤੇ ਸਵਾਲ ਖੜੇ ਹੁੰਦੇ ਨੇ ਕਿ ਇੱਕ ਧਿਰ ਦੀ ਸੁਣ ਲਈ ਗਈ ਹੈ ਦੂਸਰੀ ਦੀ ਨਹੀਂ, ਜਾਂ ਫਿਰ ਕਈ ਵਾਰ ਅਸੀਂ ਇੱਕ ਧਿਰ ਦੇ ਨਾਲ ਪਹਿਲਾਂ ਗੱਲ ਕਰਦੇ ਹਾਂ, ਕਈ ਵਾਰ ਇਹ ਵੀ ਸਮੱਸਿਆ ਆਉਂਦੀ ਹੈ ਕਿ ਦੋਵੇਂ ਧਿਰਾਂ ਬਰਾਬਰ ਨਹੀਂ ਆ ਪਾਉਂਦੀਆਂ। ਪਰ ਅੱਜ ਮੈਂ ਧੰਨਵਾਦ ਹਾਂ ਸਾਡੀ ਜਗਬਾਣੀ ਦੀ ਬੈਕਐਂਡ ਟੀਮ ਦਾ ਵੀ ਕਿ ਜਿਨ੍ਹਾਂ ਨੇ ਮੌਕੇ ਤੇ ਰਾਬਤਾ ਕਰਕੇ ਡਿੰਪੀ ਢਿੱਲੋਂ ਹੋਰਾਂ ਨੂੰ ਬਰਾਬਰ ਲੈ ਕੇ ਆਂਦਾ ਔਰ ਅਸੀਂ ਕੋਸ਼ਿਸ਼ ਕੀਤੀ ਕਿ ਦੋਨਾਂ ਧਿਰਾਂ ਦੇ ਸਵਾਲਾਂ ਦੇ ਜਵਾਬ ਇੱਕ ਦੂਸਰੇ ਤੋਂ ਮੌਕੇ ਤੇ ਹੀ ਲੈ ਲਏ ਜਾਣ। ਨਵੀਆਂ ਔਰ ਤਾਜ਼ਾ ਖਬਰਾਂ ਦੇ ਲਈ ਤੁਸੀਂ ਲਗਾਤਾਰ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ। ਮੈਨੂੰ ਰਮਨਦੀਪ ਸਿੰਘ ਸੋਢੀ ਨੂੰ ਦਿਓ ਇਜਾਜ਼ਤ। ਧੰਨਵਾਦ।